ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਸੁਖਜੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਕੌਮੀ ਆਵਾਜ਼ ਦੇ ਉੱਪਰ ਅੱਜ ਆਪਾਂ ਭਗਤ ਦਰਸ਼ਨ ਲੜੀ ਦਾ 7ਵਾਂ ਭਾਗ ਲੈ ਕੇ ਹਾਜ਼ਰ ਹੋਏ ਹਾਂ। ਅੱਜ ਆਪਾਂ ਡਾਕਟਰ ਗੁਰਪ੍ਰੀਤ ਸਿੰਘ ਹੋਣਾ ਤੋਂ ਭਗਤ ਤਰਲੋਚਨ ਜੀ ਦੇ ਜੀਵਨ ਅਤੇ ਉਹਨਾਂ ਦੀ ਬਾਣੀ ਬਾਰੇ ਗੱਲਬਾਤ ਕਰਾਂਗੇ। ਆਓ ਆਪਾਂ ਜੁੜਦੇ ਹਾਂ ਪੰਜਾਬ ਤੋਂ ਡਾਕਟਰ ਗੁਰਪ੍ਰੀਤ ਸਿੰਘ ਜੀ ਹੋਣਾ ਨਾਲ। ਡਾਕਟਰ ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਭਗਤ ਦਰਸ਼ਨ ਲੜੀ ਦਾ ਅੱਜ 7ਵਾਂ ਭਾਗ ਲੈ ਕੇ ਆਪਾਂ ਹਾਜ਼ਰ ਹੋਏ ਹਾਂ। ਸੋ ਕੌਮੀ ਆਵਾਜ਼ ਅਦਾਰੇ ਵੱਲੋਂ ਤੁਹਾਡਾ ਜੀ ਆਇਆਂ ਨੂੰ ਕਹਿੰਦੇ ਆ। ਸੋ ਸਭ ਤੋਂ ਧੰਨਵਾਦ ਜੀ। ਪਹਿਲਾਂ ਡਾਕਟਰ ਸਾਹਿਬ ਜੀ ਸਾਨੂੰ ਇਹ ਦੱਸੋ ਕਿ ਭਗਤ ਤਰਲੋਚਨ ਦੀ ਜਿਹੜਾ ਜਨਮ ਹੈ ਉਹ ਕਿਦੋਂ ਹੁੰਦਾ ਆ ਤੇ ਕਿੱਥੇ ਹੁੰਦਾ ਆ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਫਤਿਹ। ਭਗਤ ਤਰਲੋਚਨ ਜੀ, ਜਿਨ੍ਹਾਂ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਤ੍ਰੈ ਲੋਚਨ, ਜਿਸ ਦੀ ਤੀਸਰੀ ਅੱਖ ਜਿਹੜੀ ਆ ਉਹ ਖੁੱਲ੍ਹ ਚੁੱਕੀ ਹੋਵੇ, ਗਿਆਨ ਦੀ ਅੱਖ, ਭਗਤੀ ਦੀ ਅੱਖ, ਉਸ ਪਰਮਾਤਮਾ ਨੂੰ ਦੇਖਣ ਵਾਲੀ ਅੱਖ, ਤੇ ਜੀ ਇਹ ਸਾਰੇ ਗੁਣ ਜਿਹੜੇ ਉਹਨਾਂ ਦੇ ਨਾਮ ਦੇ ਵਿੱਚ ਹੀ ਜਿਹੜੇ ਆ ਉਹ ਸਮਾਏ ਹੋਏ ਨੇ। ਤਾਂ ਹੀ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਸਨ, ਉਹਨਾਂ ਨੇ ਲਿਖਿਆ ਹੈ ਕਿ ਜਿਹੜੇ ਭਗਤ ਤਰਲੋਚਨ ਜੀ ਨੇ ਉਹਨਾਂ ਨੂੰ ਮੁਕਤੀ ਪ੍ਰਾਪਤ ਜਿਹੜੀ ਆ ਉਹ ਹੋਈ ਹੈ। ਉਹਨਾਂ ਨੂੰ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ, ਉਹ ਪਰਮਾਤਮਾ ਦੇ ਨਾਲ ਜਿਹੜੇ ਉਹ ਇੱਕਮਿਕ ਹੋ ਗਏ। ਉਹ ਲਿਖਦੇ ਨੇ ਕਿ ਧੰਨੇ ਸੇਵਿਆ ਬਾਲ ਬੁੱਧ ਤੇ ਤਰਲੋਚਨ ਗੁਰਮਿਲ ਭਈ ਸਿੱਧ। ਕਿ ਭਗਤ ਤਰਲੋਚਨ ਜੀ ਜਿਹੜੇ ਸਨ, ਉਹਨਾਂ ਦੇ ਉੱਤੇ ਵਾਹਿਗੁਰੂ ਦੀ ਇਸ ਤਰ੍ਹਾਂ ਦੀ ਕਿਰਪਾ ਹੋਈ ਕਿ ਉਹ ਜੀ ਸਿੱਧੀ ਨੂੰ ਪ੍ਰਾਪਤ ਹੋ ਗਏ। ਉਹਨਾਂ ਨੂੰ ਜਿਹੜੀ ਸੀ ਮੁਕਤੀ ਜਿਹੜੀ ਸੀ ਉਹ ਪ੍ਰਾਪਤ ਹੋ ਗਈ। ਭੱਟ ਬੱਲ ਜੀ ਨੇ ਵੀ ਲਿਖਿਆ ਹੈ ਕਿ ਭਗਤ ਤਰਲੋਚਨ ਜੀ ਜਿਹੜੇ ਸਨ, ਉਹਨਾਂ ਨੂੰ ਨਾਮ ਜਪਦਿਆਂ ਜਿਹੜਾ ਸੀ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਜਿਹੜਾ ਉਹ ਪ੍ਰਕਾਸ਼ ਹੋ ਗਿਆ ਸੀ। ਲਿਖਦੇ ਨੇ ਧਰੂ ਪ੍ਰਹਿਲਾਦ ਕਬੀਰ ਤਿਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ। ਕਿ ਪਰਮਾਤਮਾ ਦਾ ਨਾਮ ਲੈਂਦਿਆਂ ਉਹਨਾਂ ਦੇ ਅੰਦਰ ਜਿਹੜਾ ਸੀ ਉਹ ਪਰਮਾਤਮਾ ਦਾ ਪ੍ਰਕਾਸ਼ ਜਿਹੜਾ ਸੀ ਉਹ ਹੋ ਗਿਆ। ਭਗਤ ਤਰਲੋਚਨ ਜੀ ਦਾ ਜਿਹੜਾ ਜਨਮ ਹੈ ਉਹ 1268 ਈਸਵੀ ਨੂੰ ਇੱਕ ਵੈਸ਼ਿਆ ਜਾਤੀ ਦੇ ਵਿੱਚ, ਜਿਹੜਾ ਮਹਾਰਾਸ਼ਟਰ ਦੇ ਸ਼ੋਲਾਪੁਰ ਜ਼ਿਲ੍ਹੇ ਦੇ ਬਾਰਸੀ ਪਿੰਡ ਦੇ ਵਿੱਚ ਜਿਹੜਾ ਸੀ ਉਹ ਹੋਇਆ ਸੀ। ਇਹ ਭਗਤ ਨਾਮਦੇਵ ਜੀ ਦੇ ਜਿਹੜੇ ਉਹ ਸਮਕਾਲੀ ਨੇ, ਤੇ ਇਹਨਾਂ ਦਾ ਜੀਵਨ ਇਤਿਹਾਸ ਜਿਹੜਾ ਹੈ ਉਹ ਬਹੁਤ ਥੋੜ੍ਹਾ ਮਿਲਦਾ ਹੈ। ਇਹਨਾਂ ਦੇ ਜਨਮ ਬਾਰੇ, ਇਹਨਾਂ ਦੇ ਨਗਰ ਬਾਰੇ ਜਿਹੜਾ ਪਤਾ ਚੱਲਦਾ ਹੈ, ਪਰ ਇਹਨਾਂ ਦਾ ਬਚਪਨ ਕਿਵੇਂ ਦਾ ਬੀਤਿਆ, ਇਹਨਾਂ ਦੇ ਹੋਰ ਕੀ ਭੈਣ ਭਰਾ ਸਨ, ਜਾਂ ਇਹਨਾਂ ਦਾ ਬਚਪਨ ਦਾ ਕੀ ਇਤਿਹਾਸ ਸੀ, ਇਸ ਦੇ ਬਾਰੇ ਜਿਹੜਾ ਵਾ ਸਾਨੂੰ ਕਿਸੇ ਤਰ੍ਹਾਂ ਵੀ ਇਤਿਹਾਸ ਦੇ ਵਿੱਚ ਜਾਂ ਸਾਖੀ ਰੂਪ 'ਚ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਜਿਹੜਾ ਵਾ ਉਹ ਅਜੇ ਤੱਕ ਕੁਝ ਵੀ ਜਿਹੜਾ ਉਹ ਨਹੀਂ ਮਿਲਦਾ। ਪਰ ਇਹਨਾਂ ਦੀ ਬਾਣੀ ਕਰਕੇ, ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਹੋਣ ਕਰਕੇ ਜਿਹੜਾ ਵਾ ਇਸ ਦੁਨੀਆ ਦੇ ਉੱਤੇ ਜਿਹੜਾ ਵਾ ਉਹ ਅਮਰ ਨੇ। ਇਹਨਾਂ ਦਾ ਨਾਮ ਜਿਹੜਾ ਵਾ ਉਹ ਅਮਰ ਹੋ ਚੁੱਕਾ ਹੈ। ਪਰ ਜੀਵਨ ਇਤਿਹਾਸ ਜਿਹੜਾ ਉਹ ਮਹਾਰਾਸ਼ਟਰ ਦੇ ਲੋਕਾਂ ਦੇ ਕੋਲੋਂ ਜਿਹੜਾ ਵਾ ਇਹਨਾਂ ਦਾ ਸਾਂਭਿਆ ਨਹੀਂ ਗਿਆ। ਇਸ ਕਰਕੇ ਇਹ ਬਚਪਨ ਦੇ ਬਾਰੇ ਇਹਨਾਂ ਦੇ ਜਿਹੜਾ ਵਾ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਸਾਨੂੰ ਨਹੀਂ ਪ੍ਰਾਪਤ ਹੋ ਸਕੀ। ਹਾਂਜੀ ਡਾਕਟਰ ਸਾਹਿਬ ਜੀ, ਧੰਨਵਾਦ। ਜਿਹੜਾ ਇਤਿਹਾਸ ਆ, ਜਿੱਦਾਂ ਕਈ ਵਾਰ ਨਹੀਂ ਵੀ ਸਾਂਭਿਆ ਜਾਂਦਾ, ਪਰ ਫਿਰ ਵੀ ਕੁਝ ਐਸੀਆਂ ਸਾਖੀਆਂ ਹੁੰਦੀਆਂ ਨੇ, ਕਿਉਂਕਿ ਜਿਹੜੀ ਆਪਣੀ ਉੱਥੇ ਪਰੰਪਰਾ ਰਹੀ ਹੈ ਉਸ ਖਿੱਤੇ ਦੀ, ਸਾਖੀਆਂ ਰਾਹੀਂ ਹੀ ਬਹੁਤ ਸਾਰਾ ਮੌਖਿਕ ਇਤਿਹਾਸ ਅੱਗੇ ਚੱਲਦਾ ਰਿਹਾ। ਤੇ ਕੁਝ ਸਾਖੀਆਂ ਜਿਹੜੀਆਂ ਤੁਸੀਂ ਜ਼ਰੂਰ ਚਾਨਣਾ ਪਾਓ, ਜਿਹੜੀਆਂ ਭਗਤ ਤਰਲੋਚਨ ਜੀ ਦੇ ਜੀਵਨ ਦੇ ਵਿੱਚ ਜੇ ਕੁਝ ਮਿਲਦੀਆਂ ਹੋਣ ਤੇ, ਜਾਂ ਉਹਨਾਂ ਦੀ ਭਗਤੀ ਨੂੰ ਲੈ ਕੇ, ਜਾਂ ਜਿਹੜਾ ਵੀ ਉਹਨਾਂ ਦਾ ਇਤਿਹਾਸ ਮਿਲਦਾ ਆ। ਹਾਂਜੀ, ਇਹ ਭਗਤ ਤਰਲੋਚਨ ਜੀ, ਜਿਵੇਂ ਆਪਾਂ ਪਹਿਲਾਂ ਕਿਹਾ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਭਗਤ ਜਿਹੜੇ ਆ ਹੋਏ ਨੇ। ਜੀ ਤੇ ਭਗਤ ਤਰਲੋਚਨ ਜੀ ਜਿਹੜੇ ਸਨ ਉਹ ਭਗਤੀ ਦੇ ਵਿੱਚ ਬਹੁਤ ਲੀਨ ਸਨ। ਉਹਨਾਂ ਦਾ ਆਪਣਾ ਜਿਹੜਾ ਇਲਾਕਾ ਸੀ ਉਹਦੇ ਵਿੱਚ ਸਭ ਲੋਕ ਜਾਣਦੇ ਸਨ ਕਿ ਉਹ ਪਰਮਾਤਮਾ ਨਾਲ ਜਿਵੇਂ ਇੱਕਮਿਕ ਹੋ ਚੁੱਕੇ ਨੇ। ਤੇ ਉਹਨਾਂ ਦੇ ਨੇੜੇ ਹੀ ਭਗਤ ਨਾਮਦੇਵ ਜੀ ਦਾ ਜਿਹੜਾ ਵਾ ਉਹ ਨਗਰ ਪੈਂਦਾ ਸੀ। ਤੇ ਇੱਕ ਵਾਰ ਭਗਤ ਤਰਲੋਚਨ ਜੀ ਜਿਹੜੇ ਸਨ ਉਹ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਗਏ। ਉਹਨਾਂ ਨੇ ਸੋਭਾ ਸੁਣੀ ਕਿ ਭਗਤ ਨਾਮਦੇਵ ਜੀ ਜਿਹੜੇ ਨੇ ਉਹ ਬੜੇ ਕਮਾਈ ਵਾਲੇ ਜਿਹੜੇ ਆ ਉਹ ਮਹਾਂਪੁਰਸ਼ ਨੇ। ਉਹਨਾਂ ਦੇ ਦਰਸ਼ਨ ਕਰਨ ਦੇ ਲਈ ਗਏ ਤਾਂ ਉਹਨਾਂ ਦੇਖਿਆ ਕਿ ਭਗਤ ਨਾਮਦੇਵ ਜੀ ਜਿਹੜੇ ਸਨ, ਜਿਵੇਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਉਹਨਾਂ ਦਾ ਕੰਮ ਜਿਹੜਾ ਸੀ, ਕਿਰਤ ਜਿਹੜੀ ਸੀ, ਉਹ ਕੱਪੜੇ ਰੰਗਣ ਦਾ ਕਾਰਜ ਜਿਹੜਾ ਸੀ, ਕੱਪੜੇ ਸਿਊਣ ਦਾ ਕਾਰਜ ਜਿਹੜਾ ਉਹ ਸੀ। ਤੇ ਜਦੋਂ ਭਗਤ ਤਰਲੋਚਨ ਜੀ ਉਹਨਾਂ ਦੇ ਕੋਲ ਪਹੁੰਚੇ ਤਾਂ ਉਹਨਾਂ ਜਾ ਕੇ ਦੇਖਿਆ
ਦੇਖਿਆ ਕਿ ਭਗਤ ਨਾਮਦੇਵ ਜੀ ਜਿਹੜੇ ਨੇ ਉਹ ਤਾਂ ਆਪਣੇ ਕੰਮ ਦੇ ਵਿੱਚ ਜਿਹੜਾ ਵਾ ਉਹ ਰੁੱਝੇ ਹੋਏ ਨੇ। ਉਹ ਜੀ, ਜਿਹੜਾ ਵਾ ਕੱਪੜੇ ਸਿਉਣ ਦਾ, ਕੱਪੜੇ ਰੰਗਣ ਦਾ ਜਿਹੜਾ ਵਾ ਉਹ ਕਾਰਜ ਜਿਹੜਾ ਕਰ ਰਹੇ ਨੇ। ਉਹਨਾਂ ਨੇ ਨਾਲ-ਨਾਲ ਭਗਤ ਜੀ ਦੇ ਗੱਲਬਾਤ ਦੇ ਦੌਰਾਨ ਜਿਹੜਾ ਸੀ ਆਪਣੀ ਜਿਹੜੀ ਕਿਰਤ ਸੀ ਉਹ ਜਾਰੀ ਰੱਖੀ। ਤਾਂ ਜੀ, ਭਗਤ ਤਰਲੋਚਨ ਜੀ ਦੇ ਮਨ ਦੇ ਵਿੱਚ ਜਿਹੜਾ ਸੀ ਉਹ ਇੱਕ ਸ਼ੰਕਾ ਜਿਹੜਾ ਸੀ ਉਹ ਉਪਜਿਆ ਕਿ ਇਹ ਕਿਵੇਂ ਦੇ ਭਗਤ ਨੇ ਜੋ ਮੇਰੇ ਹੁੰਦਿਆਂ ਕਿਸੇ ਤਰ੍ਹਾਂ ਦੀ ਮਾਲਾ ਲੈ ਕੇ ਜਿਹੜਾ ਵਾ ਉਹ ਨਾਮ ਨਹੀਂ ਜਪ ਰਹੇ। ਇਹ ਤਾਂ ਆਪਣੇ ਕਿਰਤ ਦੇ ਵਿੱਚ ਜਿਹੜਾ ਉਹ ਰੁੱਝੇ ਹੋਏ ਨੇ ਤੇ ਜੀ, ਆਲੇ-ਦੁਆਲੇ ਦੇ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਭਗਤ ਨਾਮਦੇਵ ਜੀ ਜਿਹੜੇ ਉਹ ਰੱਬ ਦੇ ਨਾਲ ਇੱਕ-ਮਿੱਕ ਨੇ। ਤਾਂ ਭਗਤ ਤਰਲੋਚਨ ਜੀ ਨੇ ਆਪਣੇ ਮਨ ਦੀ ਜਿਹੜੀ ਸ਼ੰਕਾ ਸੀ ਉਹ ਭਗਤ ਨਾਮਦੇਵ ਜੀ ਦੇ ਅੱਗੇ ਰੱਖ ਦਿੱਤੀ। ਕਹਿਣ ਲੱਗੇ ਕਿ ਭਗਤ ਜੀ ਮੇਰੇ ਮਨ ਦੀ ਸ਼ੰਕਾ ਹੈ ਕਿ ਤੁਹਾਡੇ ਬਾਰੇ ਸਭ ਪ੍ਰਚਲਿਤ ਹੈ ਕਿ ਤੁਸੀਂ ਪਰਮਾਤਮਾ ਦੇ ਵਾਹਿਗੁਰੂ ਦੇ ਬੜੇ ਵੱਡੇ ਭਗਤ ਹੋ, ਪਰ ਮੈਂ ਜੀ, ਜਦੋਂ ਦਾ ਤੁਹਾਡੇ ਕੋਲ ਆਇਆ ਵਾਂ ਮੈਂ ਤੁਹਾਨੂੰ ਨਾਮ ਜਪਦੇ ਨਹੀਂ ਦੇਖਿਆ, ਮੈਂ ਤਾਂ ਤੁਹਾਨੂੰ ਕਿਰਤ ਦੇ ਵਿੱਚ ਲੱਗੇ ਹੋਏ ਜਿਹੜਾ ਵਾ ਉਹ ਦੇਖਿਆ ਹੈ। ਤਾਂ ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਮੈਂ ਹੱਥੀਂ ਕਿਰਤ ਕਰ ਰਿਹਾ ਪਰ ਮੇਰਾ ਜਿਹੜਾ ਮਨ ਹੈ ਉਹ ਉਸ ਪਰਮਾਤਮਾ ਦੇ ਨਾਲ ਜਿਹੜਾ ਵਾ ਉਹ ਜੁੜਿਆ ਜੀ, ਹੋਇਆ ਹੈ। ਮੈਂ ਆਪਣੇ ਮਨ ਤੋਂ ਪਰਮਾਤਮਾ ਨੂੰ ਜਿਹੜਾ ਵਾ ਉਹ ਯਾਦ ਕਰ ਰਿਹਾ। ਉੱਥੇ ਫਿਰ ਭਗਤ ਨਾਮਦੇਵ ਜੀ ਨੇ ਭਗਤ ਤਰਲੋਚਨ ਜੀ ਨੂੰ ਜਿਹੜੀਆਂ ਸੀ 4-5 ਉਦਾਹਰਨਾਂ ਦੇ ਕੇ ਜਿਹੜਾ ਸੀ ਇੱਕ ਸ਼ਬਦ ਜਿਹੜਾ ਸੀ ਤੁਰਕੀ ਬਾਣੀ ਜਿਹੜੀ ਸੀ ਉਸ ਦੇ ਰਾਹੀਂ ਜਿਹੜਾ ਵਾ ਉਹ ਸਮਝਾਇਆ ਸੀ। ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਪਰਮੀਲੇ। ਭਗਤ ਨਾਮਦੇਵ ਜੀ ਨੇ ਗੁੱਡੀ ਦੀ ਪਤੰਗ ਦੀ ਜਿਹੜੀ ਉਹ ਉਦਾਹਰਨ ਦਿੱਤੀ। ਕਹਿਣ ਲੱਗੇ ਕਿ ਦੇਖੋ ਜਿਵੇਂ ਕੋਈ ਬੱਚਾ ਜਿਹੜਾ ਹੈ ਉਹ ਇੱਕ ਜੀ, ਕਾਗਜ਼ ਦੀ ਜਿਹੜੀ ਆ ਉਹ ਗੁੱਡੀ ਬਣਾਉਂਦਾ ਹੈ ਤੇ ਉਸ ਜੀ, ਗੁੱਡੀ ਨੂੰ ਕੱਟ ਕੇ ਬਣਾ ਕੇ ਸੋਹਣਾ ਫਿਰ ਉਸ ਨੂੰ ਜਿਹੜਾ ਵਾ ਆਕਾਸ਼ ਦੇ ਵਿੱਚ ਉਹ ਉਡਾਉਂਦਾ ਹੈ ਤੇ ਪੰਚ ਜਨਾ ਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਉਹ ਬੱਚਾ ਜਿਹੜਾ ਵਾ ਜਦੋਂ ਪਤੰਗ ਪੂਰੇ ਆਕਾਸ਼ ਦੇ ਵਿੱਚ ਚਲੀ ਜਾਂਦੀ ਏ ਤਾਂ ਜੀ, ਉਹ ਪਤੰਗ ਵੀ ਉਡਾ ਰਿਹਾ ਹੁੰਦਾ ਏ ਤੇ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੇ ਨਾਲ ਗੱਲਾਂ ਵੀ ਜਿਹੜੀਆਂ ਵਾ ਉਹ ਕਰ ਰਿਹਾ ਹੁੰਦਾ ਏ। ਗੱਲਾਂ ਜੀ, ਕਰਦਿਆਂ ਪਰ ਉਸਦਾ ਜਿਹੜਾ ਧਿਆਨ ਏ ਉਹ ਪਤੰਗ ਦੀ ਡੋਰ ਦੇ ਵਿੱਚ ਹੁੰਦਾ ਏ ਕਿ ਜਿੱਥੇ ਉਸਨੂੰ ਲੋੜ ਪੈਂਦੀ ਏ ਡੋਰ ਛੱਡਣ ਦੀ ਉਹ ਗੱਲਾਂ ਕਰਦਾ ਡੋਰ ਵੀ ਛੱਡ ਰਿਹਾ ਹੁੰਦਾ ਏ। ਜਿੱਥੇ ਜੀ, ਉਸਨੂੰ ਡੋਰ ਖਿੱਚਣ ਦੀ ਲੋੜ ਹੁੰਦੀ ਏ ਉੱਥੇ ਉਹ ਡੋਰ ਖਿੱਚ ਵੀ ਰਿਹਾ ਹੁੰਦਾ ਏ ਪਰ ਨਾਲ-ਨਾਲ ਆਪਣੇ ਸਾਥੀਆਂ ਦੇ ਜਿਹੜਾ ਵਾ ਉਹ ਗੱਲਬਾਤ ਵੀ ਜਾਰੀ ਰੱਖਦਾ ਏ। ਇਸ ਤਰੀਕੇ ਨਾਲ ਹੀ ਜਿਹੜਾ ਵਾ ਸਾਨੂੰ ਨਾਮ ਜਪਣਾ ਚਾਹੀਦਾ ਹੈ। ਕਿਰਤ ਕਰਦਿਆਂ ਜਿਹੜਾ ਵਾ ਇਹ ਪਰਮਾਤਮਾ ਦੇ ਵਿੱਚ ਧਿਆਨ ਜਿਹੜਾ ਵਾ ਉਹ ਸਾਡਾ ਹੋਣਾ ਚਾਹੀਦਾ ਹੈ। ਫਿਰ ਅੱਗੇ ਜਿਹੜਾ ਸੀ ਭਗਤ ਨਾਮਦੇਵ ਜੀ ਨੇ ਉਦਾਹਰਨ ਦਿੱਤੀ ਕਿ ਮਨ ਰਾਮ ਨਾਮਾ ਬੇਧੀਐਲੇ। ਪਰਮਾਤਮਾ ਦੇ ਨਾਲ ਸਾਡਾ ਮਨ ਇਸ ਤਰ੍ਹਾਂ ਮਿੰਨਿਆ ਹੋਵੇ ਕਹਿੰਦੇ ਜੈਸੇ ਕਨਕ ਕਲਾ ਚਿੱਤ ਮਾਂਡੀ ਵਾਲੇ। ਕਹਿੰਦੇ ਕਿ ਕੋਈ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਦੇਖਿਓ, ਸੁਨਿਆਰਾ ਜਿਹੜਾ ਹੁੰਦਾ ਏ ਉਹ ਬਹੁਤ ਬਰੀਕੀ ਦੇ ਨਾਲ ਸੋਨੇ ਦੇ ਉੱਤੇ ਕਢਾਈ ਕਰ ਰਿਹਾ ਹੁੰਦਾ ਹੈ। ਉਸਦੇ ਜੀ, ਗਾਹਕ ਜਿਹੜੇ ਉਸਦੇ ਨਾਲ ਗੱਲਾਂ ਕਰ ਰਹੇ ਹੁੰਦੇ ਨੇ ਤੇ ਸੁਨਿਆਰਾ ਜਿਹੜਾ ਉਹ ਗੱਲਾਂ ਕਰਦਿਆਂ ਆਪਣੇ ਸੋਨੇ ਦੇ ਉੱਤੇ ਕਢਾਈ ਵੀ ਕਰ ਰਿਹਾ ਹੁੰਦਾ ਹੈ। ਉਹ ਗਾਹਕਾਂ ਦੇ ਨਾਲ ਵੀ ਗੱਲਾਂ ਕਰ ਰਿਹਾ ਹੁੰਦਾ ਪਰ ਉਹਦਾ ਜਿਹੜਾ ਚਿੱਤ ਹੈ ਉਹਦਾ ਜਿਹੜਾ ਮਨ ਹੈ ਉਹ ਸੋਨੇ ਦੇ ਗਹਿਣੇ ਦੇ ਵਿੱਚ ਜਿਹੜਾ ਵਾ ਉਹ ਜੁੜਿਆ ਹੁੰਦਾ ਹੈ। ਉਹ ਆਪਣਾ ਗਹਿਣਾ ਵੀ ਬਣਾ ਲੈਂਦਾ ਹੈ ਤੇ ਆਪਣਾ ਜੀ, ਗਾਹਕ ਵੀ ਜਿਹੜਾ ਵਾ ਉਹ ਭੁਗਤਾ ਲੈਂਦਾ ਹੈ। ਇਸ ਤਰ੍ਹਾਂ ਹੀ ਭਗਤ ਨਾਮਦੇਵ ਜੀ ਕਹਿੰਦੇ ਕਿ ਸਾਡਾ ਚਿੱਤ ਪਰਮਾਤਮਾ ਨਾਲ ਇਸ ਤਰ੍ਹਾਂ ਜੁੜਿਆ ਹੋਵੇ ਕਿ ਅਸੀਂ ਦੁਨਿਆਵੀ ਕਾਰਜ ਵੀ ਜਿਹੜੇ ਉਹ ਕਰ ਲਈਏ ਤੇ ਦੁਨਿਆਵੀ ਕਾਰਜ ਕਰਦਿਆਂ ਹੋਇਆਂ ਜਿਹੜਾ ਵਾ ਅਸੀਂ ਪਰਮਾਤਮਾ ਦੇ ਨਾਲ ਵੀ ਜਿਹੜਾ ਵਾ ਉਹ ਜੁੜ ਜਾਈਏ। ਇਸ ਤੋਂ ਅਗਲੀ ਉਦਾਹਰਨ ਭਗਤ ਤਰਲੋਚਨ ਜੀ ਨੂੰ ਭਗਤ ਨਾਮਦੇਵ ਜੀ ਨੇ ਦਿੱਤੀ। ਕਹਿੰਦੇ ਕਿ ਆ ਨੀਲੇ ਕੁੰਭ ਭਰਾਈਲੇ ਊਦਕ ਰਾਜ ਕੁਵਾਰ ਪੁਰੰਦਰੀਏ। ਕਹਿਣ ਲੱਗੇ ਕਿ ਦੇਖੋ ਕਿ ਕੁਝ ਮੁਟਿਆਰਾਂ ਖੂਹ ਦੇ ਉੱਤੋਂ ਜਿਹੜਾ ਵਾ ਉਹ ਪਾਣੀ ਭਰਨ ਦੇ ਲਈ ਜਾਂਦੀਆਂ ਨੇ। ਉਹ ਪਾਣੀ ਭਰਦੀਆਂ ਨੇ, ਕਿਸੇ ਨੇ ਜੀ, 1 ਘੜਾ ਭਰਿਆ, ਕਿਸੇ ਨੇ 2 ਘੜੇ ਭਰੇ, ਕਿਸੇ ਨੇ 3, ਕਈ ਕੁੜੀਆਂ ਨੇ 5-5 ਘੜੇ ਭਰੇ ਨੇ। ਉਹਨਾਂ ਨੇ ਉਹ ਜੀ, ਘੜੇ ਜਿਹੜੇ ਆਪਣੇ ਸਿਰ ਤੇ ਰੱਖੇ ਨੇ। ਘੜੇ ਦੇ ਉੱਤੇ ਘੜਾ ਵੀ ਕਈਆਂ ਕੁੜੀਆਂ ਨੇ ਜਿਹੜਾ ਵਾ ਉਹ ਰੱਖਿਆ ਏ ਤੇ ਉਹ ਜੀ, ਆਪਸ ਦੇ ਵਿੱਚ ਜਿਹੜੀਆਂ ਵਾ ਉਹ ਹੱਸਦੀਆਂ ਖੇਡਦੀਆਂ ਵੀ ਜਾਂਦੀਆਂ ਨੇ ਪਰ ਉਹ ਆਪਣੇ ਸਿਰ ਤੋਂ ਗੱਲਾਂ ਕਰਦਿਆਂ ਪਾਣੀ ਜਿਹੜਾ ਉਹ ਨਹੀਂ ਡੁੱਲਣ ਦਿੰਦੀਆਂ। ਗੱਲਾਂ ਵੀ ਕਰਦੀਆਂ ਨੇ ਇੱਕ ਦੂਜੇ ਦੇ ਨਾਲ ਤੇ ਜੀ, ਪਾਣੀ ਜਿਹੜਾ ਵਾ ਉਸ ਨੂੰ ਵੀ ਪੂਰੀ ਸਾਂਭ ਸੰਭਾਲ ਨਾਲ ਆਪਣੇ ਘਰ ਤੱਕ ਜਿਹੜਾ ਵਾ ਉਹ ਲੈ ਆਉਂਦੀਆਂ ਨੇ। ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀ ਵਾਲੇ। ਜਿਵੇਂ ਉਹ ਮੁਟਿਆਰਾਂ ਜਿਹੜੀਆਂ ਨੇ ਉਹ ਆਪਸ 'ਚ ਹੱਸਦੀਆਂ ਖੇਡਦੀਆਂ ਪਾਣੀ ਨੂੰ ਵੀ ਸੰਭਾਲ ਲੈਂਦੀਆਂ ਨੇ। ਇਸ ਤਰ੍ਹਾਂ ਹੀ ਭਗਤ ਜੀ, ਨਾਮਦੇਵ ਜੀ ਕਹਿੰਦੇ ਕਿ ਭਗਤ ਤਰਲੋਚਨ ਜੀ ਅਸੀਂ ਇਸ ਤਰ੍ਹਾਂ ਹੀ ਕੰਮਕਾਰ ਦੇ ਵਿੱਚ ਲੱਗੇ ਹੋਇਆਂ ਆਪਣਾ ਚਿੱਤ ਜਿਹੜਾ ਉਸ ਪਰਮਾਤਮਾ ਦੇ ਨਾਲ ਜਿਹੜਾ ਉਹ ਜੋੜੀ ਰੱਖਣਾ ਹੈ। ਭਗਤ ਨਾਮ ਜੀ ਨੇ ਅਗਲੀ ਉਦਾਹਰਨ ਦਿੱਤੀ ਕਿ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛਾਡੀ ਅਲੇ। ਕਿ ਕੋਈ ਗਾਂ ਜਿਹੜੀ
ਘਰ ਤੋਂ ਜਿਹੜੀ ਆ 10 ਕੋਹ ਦੂਰ ਕਿਤੇ ਚਰਨ ਜਿਹੜੀ ਆ ਉਹ ਘਾਹ ਚਰਨ ਦੇ ਲਈ ਜਿਹੜੀ ਉਹ ਛੱਡੀ ਹੁੰਦੀ ਹੈ, ਪਰ ਉਹਦਾ ਜਿਹੜਾ ਛੋਟਾ ਬੱਚਾ, ਛੋਟਾ ਵੱਛਾ ਜਿਹੜਾ ਉਹ ਘਰ ਦੇ ਵਿੱਚ ਹੁੰਦਾ ਹੈ। ਉਹ ਬੇਸ਼ੱਕ ਜੀ, ਘਰ ਤੋਂ 10 ਕੋਹ ਦੂਰ ਘਾਹ ਚਰ ਰਹੀ ਹੁੰਦੀ ਹੈ, ਪਰ ਜਿਹੜਾ ਉਹਦਾ ਧਿਆਨ ਹੈ ਉਹ ਵੱਛੇ ਦੇ ਵਿੱਚ ਹੀ ਜਿਹੜਾ ਵਾ ਉਹ ਹੁੰਦਾ ਹੈ। 5 ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਐਲੇ। ਜਿਵੇਂ ਗਾਈ ਦਾ ਧਿਆਨ ਜਿਹੜਾ ਵਾ 10 ਕੋਹਾਂ ਦੂਰਾਂ ਤੋਂ ਵੀ ਵੱਛੇ ਆਪਣੇ ਦੇ ਵਿੱਚ ਹੁੰਦਾ ਹੈ। ਜਿਹੜਾ ਸ਼ਰਧਾਲੂ ਹੈ, ਜਿਹੜਾ ਉਸ ਪ੍ਰਮਾਤਮਾ ਦਾ ਭਗਤ ਹੈ, ਇਸ ਤਰ੍ਹਾਂ ਉਹਨੇ ਆਪਣੇ ਕੰਮ ਕਾਰ ਕਰਦਿਆਂ ਵੀ ਆਪਣਾ ਚਿੱਤ ਜਿਹੜਾ ਵਾ ਉਹ ਉਸ ਪ੍ਰਮਾਤਮਾ ਦੇ ਨਾਲ ਜਿਹੜਾ ਵਾ ਉਹ ਜੋੜੀ ਰੱਖਣਾ ਹੈ। ਭਗਤ ਨਾਮਦੇਵ ਜੀ ਨੇ ਅਗਲੀ ਉਦਾਹਰਨ ਜਿਹੜੀ ਸੀ ਉਹ ਭਗਤ ਤਰਲੋਚਨ ਜੀ ਨੂੰ ਦਿੱਤੀ। ਕਹਿਤ ਨਾਮ ਦਿਓ ਸੁਨਹੁ ਤਰਲੋਚਨ ਬਾਲਕ ਪਾਲਨ ਪੌਡੀ ਐਲੇ। ਭਗਤ ਨਾਮ ਜੀ ਕਹਿਣ ਲੱਗੇ ਕਿ ਦੇਖੋ, ਕੋਈ ਇਸਤਰੀ ਜਿਸ ਦਾ ਇੱਕ ਛੋਟਾ ਬੱਚਾ, ਦੁੱਧ ਚੁੰਗਦਾ ਬੱਚਾ ਹੈ, ਤੇ ਉਹ ਆਪਣੇ ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਕੇ ਜਿਹੜਾ ਵਾ ਉਹ ਰੱਖਦੀ ਹੈ। ਆਪ ਘਰ ਦੇ ਸਾਰੇ ਜਿਹੜੇ ਕੰਮਕਾਰ ਉਹ ਕਰ ਰਹੀ ਹੁੰਦੀ ਹੈ। ਉਹ ਘਰ ਦੇ ਆਪਣੇ ਸਾਰੇ ਕੰਮਕਾਰ ਵੀ ਮੁਕਾ ਲੈਂਦੀ ਹੈ, ਪਰ ਜਿਹੜਾ ਉਹਦਾ ਚਿੱਤ ਹੈ ਉਹ ਉਸ ਬੱਚੇ ਦੇ ਵਿੱਚ ਹੀ ਜਿਹੜਾ ਹੁੰਦਾ ਹੈ। ਬੱਚਾ ਮਾੜਾ ਜਿਹਾ ਵੀ ਹਿੱਲਦਾ ਜੁਲਦਾ ਹੈ, ਚੂੰ ਕਰਦਾ ਹੈ, ਰੋਂਦਾ ਹੈ, ਤਾਂ ਮਾਂ ਉਸੇ ਵੇਲੇ ਹੀ ਉਹਦੇ ਵੱਲ ਜਿਹੜੀ ਆ ਉਹ ਨੱਠੀ ਜਾਂਦੀ ਹੈ ਆਪਣਾ ਕੰਮ ਛੱਡ ਕੇ। ਪਰ ਬੱਚੇ ਦੇ ਪੰਘੂੜੇ 'ਚ ਹੋਣ ਦੇ ਬਾਵਜੂਦ ਵੀ, ਆਪਣੇ ਮਾਂ ਤੋਂ ਦੂਰ ਹੋਣ ਦੇ ਬਾਵਜੂਦ ਵੀ ਉਸ ਮਾਂ ਦਾ ਚਿੱਤ ਆਪਣੇ ਬੱਚੇ 'ਚ ਹੁੰਦਾ ਹੈ। ਪਰ ਚਿੱਤ ਬੱਚੇ 'ਚ ਹੋਣ ਦੇ ਨਾਲ ਉਹ ਘਰ ਦੇ ਸਾਰੇ ਜਿਹੜੇ ਆ ਉਹ ਕੰਮ ਵੀ ਜਿਹੜੀ ਆ ਉਹ ਕਰ ਲੈਂਦੀ। ਅੰਤਰ ਬਾਹਰ ਕਾਜ ਬਿਰੋਧੀ ਚੀਤ ਸੋ ਬਾਰਿਕ ਰਾਖੀ ਐਲੇ। ਜਿਵੇਂ ਮਾਂ ਦਾ ਚਿੱਤ ਜਿਹੜਾ ਉਹ ਬੱਚੇ ਦੇ ਵਿੱਚ ਹੁੰਦਾ ਹੈ ਕੰਮ ਕਾਰ ਕਰਦਿਆਂ, ਉਸ ਤਰ੍ਹਾਂ ਹੀ ਭਗਤ ਦਾ ਜਿਹੜਾ ਚਿੱਤ ਹੈ ਕੰਮ ਕਾਰ ਕਰਦਿਆਂ ਉਸ ਪਰਮਾਤਮਾ ਦੇ ਵਿੱਚ ਜਿਹੜਾ ਵਾ ਉਹ ਲੀਨ ਹੋ ਜਾਂਦਾ ਹੈ। ਇਸ ਤਰੀਕੇ ਨਾਲ ਭਗਤ ਨਾਮਦੇਵ ਜੀ ਨੇ ਜਿਹੜਾ ਸੀ ਇੱਕ ਸ਼ਬਦ ਦੇ ਰਾਹੀਂ ਭਗਤ ਤਰਲੋਚਨ ਜੀ ਨੂੰ ਜਿਹੜਾ ਸੀ ਉਹ ਕਿਰਤ ਕਰਦਿਆਂ ਨਾਮ ਕਿਵੇਂ ਜਪਣਾ ਹੈ ਉਸ ਦੀ ਬੜੀ ਵਧੀਆ ਉਦਾਹਰਨਾਂ ਦੇ ਕੇ ਜਿਹੜਾ ਸਮਝਾਇਆ ਸੀ। ਤੇ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਭਗਤ ਤਰਲੋਚਨ ਜੀ ਜਿਹੜੇ ਸਨ ਉਹ ਭਗਤ ਨਾਮਦੇਵ ਜੀ ਦੇ ਜਿਹੜੇ ਚੇਲੇ ਬਣ ਗਏ। ਤੇ ਅਗਲੀ ਜਿਹੜੀ ਸਾਧਨਾ ਸੀ ਉਹ ਭਗਤ ਨਾਮਦੇਵ ਜੀ ਦੇ ਰਾਹੀਂ ਜਿਹੜਾ ਸੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਭਗਤ ਨਾਮਦੇਵ ਜੀ ਜਿਹੜੇ ਆ ਉਹ ਭਗਤ ਤਰਲੋਚਨ ਜੀ ਦੇ ਜਿਹੜੇ ਆ ਉਹ ਸਾਧਕ ਗੁਰੂ ਜਿਹੜੇ ਸਨ ਉਹ ਵੀ ਜਿਹੜੇ ਆ ਉਹ ਬਣ ਗਏ। ਇਸ ਤਰ੍ਹਾਂ ਸਾਧਨਾ ਕਰਦਿਆਂ ਉਹ ਇੱਕ ਬੜੀ ਉੱਚੀ ਅਵਸਥਾ ਦੇ ਵਿੱਚ ਜਿਹੜੇ ਭਗਤ ਤਰਲੋਚਨ ਜੀ ਪਹੁੰਚ ਗਏ। ਉਹ ਅਵਸਥਾ ਇੱਕ ਇਸ ਤਰ੍ਹਾਂ ਦੀ ਜਿਹੜੀ ਸੀ ਉਹਨਾਂ ਦੀ ਬਣ ਗਈ, ਜਿਵੇਂ ਅਲੱਗ-ਅਲੱਗ ਅਵਸਥਾਵਾਂ ਹੁੰਦੀਆਂ ਨੇ। ਕੋਈ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਕਿ ਜਿਸ 'ਚ ਭਗਤ ਜਿਹੜਾ ਵਾ ਉਹ ਪਰਮਾਤਮਾ ਨੂੰ ਪਿਆਰ ਕਰਕੇ, ਉਹਦੀ ਭਗਤੀ ਕਰਕੇ, ਉਹਦੀ ਸੇਵਾ ਕਰਕੇ ਜਿਹੜਾ ਉਹ ਰੱਬ ਨੂੰ ਪਾ ਲੈਂਦਾ ਹੈ। ਪਰ ਕਿਤੇ ਭਗਤ ਦੀ ਅਵਸਥਾ ਏਡੀ ਉੱਚੀ ਵੀ ਹੋ ਜਾਂਦੀ ਹੈ, ਇਸ ਹੱਦ ਤੱਕ ਪਰਮਾਤਮਾ ਜਿਹੜਾ ਭਗਤ ਤੋਂ ਖੁਸ਼ ਹੋ ਜਾਂਦਾ ਹੈ ਕਿ ਪਰਮਾਤਮਾ ਖੁਦ ਜਿਹੜਾ ਵਾ ਉਹ ਭਗਤ ਦੀ ਸੇਵਾ ਦੇ ਵਿੱਚ ਜਿਹੜਾ ਉਹ ਆ ਜਾਂਦਾ ਹੈ। ਇਸ ਤਰ੍ਹਾਂ ਦੀ ਇੱਕ ਉਦਾਹਰਨ ਜਿਹੜੀ ਹੈ ਇਹਨਾਂ ਦੇ ਜੀਵਨ ਤੋਂ ਮਿਲਦੀ ਹੈ ਕਿ ਜਦੋਂ ਭਗਤ ਤਰਲੋਚਨ ਜੀ ਭਗਤੀ ਦੇ ਵਿੱਚ ਮਗਨ ਸਨ, ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਉਹ ਭਗਤੀ 'ਚ ਇੰਨਾ ਕੁ ਖੁੱਭ ਗਏ ਸਨ ਕਿ ਲੰਗਰ ਪਾਣੀ ਜਿਹੜਾ ਸੀ ਉਹਦੇ ਤੋਂ ਵੀ ਕਈ ਵਾਰ ਜਿਹੜਾ ਸੀ ਉਹ ਵਾਂਝੇ ਰਹਿ ਜਾਂਦੇ ਸਨ। ਲੰਗਰ ਪਾਣੀ ਤਿਆਰ ਕਰਨ ਦੀ ਜਗ੍ਹਾ ਉਹ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਸਨ। ਤੇ ਕਹਿੰਦੇ ਪਰਮਾਤਮਾ ਜਿਹੜਾ ਸੀ ਇੱਕ ਵਾਰ ਭਗਤ ਤਰਲੋਚਨ ਜੀ ਦੀ ਸੇਵਾ ਦੇ ਲਈ ਜਾਂ ਉਹਨਾਂ ਦੀ ਇੱਕ ਪ੍ਰੀਖਿਆ ਦੇ ਲਈ ਜਿਹੜਾ ਸੀ ਉਹ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਵਾ ਉਹ ਆਏ। ਕਹਿੰਦੇ ਕਿ ਇੱਕ ਪਾਟੀ ਜੀ ਕੰਬਲੀ ਉੱਪਰ ਲੈ ਕੇ ਜਿਹੜਾ ਸੀ ਵਾਹਿਗੁਰੂ ਪਰਮਾਤਮਾ ਜਿਹੜੇ ਸਨ ਉਹ ਇੱਕ ਮਨੁੱਖੀ ਰੂਪ ਦੇ ਵਿੱਚ ਭਗਤ ਤਰਲੋਚਨ ਜੀ ਦੇ ਘਰ ਦੇ ਬਾਹਰ ਬੈਠ ਗਏ। ਭਗਤ ਤਰਲੋਚਨ ਜੀ ਨੇ ਪੁੱਛਿਆ ਕਿ ਬਈ ਤੁਸੀਂ ਕੌਣ ਹੈ? ਤਾਂ ਉਹਨਾਂ ਨੇ ਆਪਣਾ ਨਾਮ ਜਿਹੜਾ ਸੀ ਉਹ ਅੰਤਰਜਾਮੀ ਦੱਸਿਆ। ਕਹਿਣ ਲੱਗੇ ਕਿ ਮੈਂ ਅੰਤਰਜਾਮੀ ਹਾਂ, ਮੇਰੀ ਨਾ ਕੋਈ ਜਾਤ ਹੈ ਨਾ ਕੋਈ ਪਾਤ ਹੈ, ਮੇਰਾ ਕੋਈ ਨਿਸ਼ਚਿਤ ਸਥਾਨ ਵੀ ਜਿਹੜਾ ਵਾ ਉਹ ਨਹੀਂ ਹੈ। ਉਹ ਕਹਿਣ ਲੱਗੇ ਕਿ ਮੈਂ ਤਾਂ ਜਿਹੜਾ ਵਾ, ਜੇ ਤੁਸੀਂ ਆਖੋਗੇ ਕਿ ਤੁਹਾਡਾ ਪਿੰਡ ਕਿਹੜਾ ਹੈ, ਮੇਰਾ ਕੋਈ ਪਿੰਡ ਵੀ ਜਿਹੜਾ ਵਾ ਉਹ ਨਹੀਂ ਹੈ। ਇਸ ਤਰ੍ਹਾਂ ਉਹਨਾਂ ਨੇ ਆਪਣੇ ਬਾਰੇ ਦੱਸਿਆ। ਕਹਿਣ ਲੱਗੇ ਕਿ ਮੈਨੂੰ ਕੰਮ ਦੀ ਲੋੜ ਹੈ, ਪਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਕੰਮ ਦੇ ਬਦਲੇ ਜਿਹੜਾ ਵਾ ਕਿਸੇ ਤਰ੍ਹਾਂ ਦਾ ਵੀ ਤੁਹਾਡੇ ਕੋਲ ਪੈਸਾ ਜਿਹੜਾ ਉਹ ਨਹੀਂ ਲੈਣਾ, ਪਰ ਮੈਨੂੰ ਮੇਰੇ ਕੰਮ ਦੇ ਬਦਲੇ ਜਿਹੜਾ ਵਾ ਤੁਹਾਡੇ ਵੱਲੋਂ ਇੱਕ ਪਿਆਰ ਚਾਹੀਦਾ ਹੈ। ਤੁਸੀਂ ਮੈਨੂੰ ਨਾ ਕਦੇ ਝਿੜਕ ਮਾਰਨੀ ਹੈ, ਨਾ ਹੀ ਮੇਰੀ ਕਦੇ ਕੋਈ ਨਿੰਦਿਆ ਕਰਨੀ ਹੈ। ਇਸ ਦੇ ਬਦਲੇ ਸਿਰਫ ਮੈਨੂੰ ਪੇਟ ਭਰ ਕੇ ਜਿਹੜੀ ਆ ਉਹ ਪ੍ਰਸ਼ਾਦਾ ਹੀ ਜਿਹੜਾ ਵਾ ਉਹ ਚਾਹੀਦਾ ਹੈ। ਇੰਨੀ ਗੱਲ ਤੇ ਉਹਨਾਂ ਨੇ ਭਗਤ ਤਰਲੋਚਨ ਜੀ ਦੇ ਘਰ ਦੇ ਵਿੱਚ ਜਿਹੜਾ ਸੀ ਉਹ ਕਾਰਜ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਕਹਿੰਦੇ ਸਾਖੀ ਮਿਲਦੀ ਹੈ, ਕਹਿੰਦੇ ਕਿ ਉਹਨਾਂ ਨੇ ਸਾਰਾ ਕੰਮ ਕਰਨਾ, ਪਰ ਉਹ ਪ੍ਰਸ਼ਾਦੇ ਜਿਹੜੇ ਸਨ ਉਹ ਜ਼ਿਆਦਾ ਛਕਦੇ ਸਨ। ਤੇ ਇੱਕ ਦਿਨ ਭਗਤ ਤਰਲੋਚਨ ਜੀ ਦੀ ਘਰ ਦੀ ਜਿਹੜੀ ਸੀ ਘਰ ਵਾਲੀ
ਵਾਲੀ ਉਹਨਾਂ ਨੇ ਇੱਕ ਗੁਆਂਢਣ ਦੇ ਨਾਲ ਗੱਲਬਾਤ ਕਰਦਿਆਂ ਜਿਹੜੀ ਆ ਇਹ ਗੱਲ ਕਹੀ ਕਿ ਜਿਹੜਾ ਸਾਡਾ ਨੌਕਰ ਏ ਉਹ ਕੰਮ ਤਾਂ ਬਹੁਤ ਕਰਦਾ ਏ, ਪਰ ਜਦੋਂ ਦਾ ਜੀ, ਆਇਆ ਏ ਸਾਡੇ ਘਰ ਰਾਸ਼ਨ ਜਿਹੜਾ ਵਾ ਉਹ ਸਾਨੂੰ ਬਹੁਤ ਜਲਦੀ ਜਿਹੜਾ ਲਿਆਉਣਾ ਪੈਂਦਾ ਏ। ਉਹ ਰਾਸ਼ਨ ਜਿਹੜਾ ਏ ਉਹ ਬਹੁਤ ਖਾਂਦੇ ਨੇ। ਤਾਂ ਜੀ, ਉਸ ਟਾਈਮ ਦੇ ਉੱਤੇ ਜਿਹੜੇ ਅੰਤਰਜਾਮੀ ਭਗਵਾਨ ਸਨ, ਉਹਨਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਉੱਥੋਂ ਹੀ ਘਰੋਂ ਜਿਹੜਾ ਵਾ ਉਹ ਚਲੇ ਗਏ। ਸ਼ਾਮ ਨੂੰ ਭਗਤ ਤਰਲੋਚਨ ਜੀ ਨੇ ਦੇਖਿਆ ਕਿ ਸਾਡੇ ਘਰ 'ਚ ਜਿਹੜਾ ਨੌਕਰ ਸੀ ਉਹ ਨਹੀਂ ਹੈ। ਜਦ ਪੁੱਛਿਆ ਤਾਂ ਕਹਿਣ ਲੱਗੇ ਕਿ ਦੁਪਹਿਰ ਤੋਂ ਹੀ ਸਾਨੂੰ ਜਿਹੜਾ ਉਹ ਨਹੀਂ ਦੱਸਿਆ। ਤਾਂ ਭਗਤ ਤਰਲੋਚਨ ਜੀ ਜਦੋਂ ਵਿਚਾਰ ਕਰਨ ਲੱਗੇ ਤਾਂ ਉਹਨਾਂ ਨੇ ਫਿਰ ਆਪਣੀ ਘਰਵਾਲੀ ਨੂੰ ਸਮਝਾਇਆ, ਕਹਿਣ ਲੱਗੇ ਕਿ ਉਹ ਤਾਂ ਖੁਦ ਵਾਹਿਗੁਰੂ ਪਰਮਾਤਮਾ ਜਿਹੜਾ ਵਾ ਉਹ ਸਾਡੀ ਪਰਖ ਲੈਣ ਦੇ ਲਈ ਜਿਹੜਾ ਉਹ ਸਾਡੇ ਘਰ ਦੇ ਵਿੱਚ ਜਿਹੜੇ ਆ ਉਹ ਆਏ ਸਨ, ਕਿਉਂਕਿ ਜੀ, ਉਹਨਾਂ ਨੇ ਆਪਣਾ ਜਿਹੜਾ ਨਾਮ ਦੱਸਿਆ ਉਹ ਵੀ ਸਾਨੂੰ ਅੰਤਰਜਾਮੀ ਦੱਸਿਆ ਤੇ ਜੀ, ਅੰਤਰਜਾਮੀ ਤਾਂ ਸਿਰਫ ਇੱਕ ਵਾਹਿਗੁਰੂ ਹੈ, ਇੱਕ ਪਰਮਾਤਮਾ ਹੀ ਹੈ। ਅੰਤਰ ਦੀ ਜਾਣਨ ਵਾਲਾ ਤਾਂ ਸਿਰਫ ਉਹੀ ਹੈ। ਦੂਸਰਾ ਉਹਨਾਂ ਕਿਹਾ ਸੀ ਕਿ ਮੇਰਾ ਕੋਈ ਟਿਕਾਣਾ ਨਹੀਂ ਹੈ ਤੇ ਜੀ, ਉਹ ਟਿਕਾਣਾ ਤਾਂ ਉਸ ਪਰਮਾਤਮਾ ਦਾ ਹੀ ਹੈ, ਜਿਹੜਾ ਇਸ ਦੁਨੀਆ ਦੇ ਵਿੱਚ ਕਿਸੇ ਇੱਕ ਟਿਕਾਣੇ ਤੇ ਜਿਹੜਾ ਵਾ ਉਹ ਨਹੀਂ ਰਹਿੰਦਾ ਹੈ। ਉਹਨਾਂ ਕਿਹਾ ਸੀ ਕਿ ਮੇਰੀ ਕੋਈ ਜਾਤ ਪਾਤ ਨਹੀਂ ਹੈ, ਤੇ ਜਾਤ ਪਾਤ ਰਹਿਤ ਤਾਂ ਉਹ ਵਾਹਿਗੁਰੂ ਉਹ ਪਰਮਾਤਮਾ ਹੀ ਹੈ, ਪਰ ਅਸੀਂ ਜਿਹੜਾ ਉਸਨੂੰ ਪਛਾਣ ਨਹੀਂ ਸਕੇ। ਤੀਸਰਾ ਉਹਨਾਂ ਕਿਹਾ ਸੀ ਕਿ ਮੈਂ ਨਿੰਦਿਆ ਨਹੀਂ ਸੁਣ ਸਕਦਾ, ਭਾਵੇਂ ਉਹ ਮੇਰੀ ਜੀ, ਹੋਵੇ ਤੇ ਭਾਵੇਂ ਉਹ ਕਿਸੇ ਹੋਰ ਦੀ ਹੋਵੇ, ਹੈ ਨਾ। ਇਸ ਤੋਂ ਜਿਹੜੀ ਆ ਸਾਖੀ ਰਾਹੀਂ ਸਾਨੂੰ ਜਿਹੜਾ ਇੱਕ ਸਮਝਾਉਣ ਦਾ ਯਤਨ ਹੈ ਕਿ ਸਿੱਖ ਜਿਹੜਾ ਵਾ, ਸਿੱਖ ਦੇ ਲਈ ਜੇ ਸਭ ਤੋਂ ਮਾੜੀ ਕੋਈ ਚੀਜ਼ ਹੈ ਤਾਂ ਉਹ ਨਿੰਦਿਆ ਹੈ, ਕਿਸੇ ਵੀ ਤਰ੍ਹਾਂ ਦੀ ਨਿੰਦਿਆ ਹੈ। ਇਸ ਸਾਖੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਤਮਾ ਜਿਹੜਾ ਹੈ, ਅਸੀਂ ਬੇਸ਼ੱਕ ਜਿੰਨੀ ਮਰਜ਼ੀ ਉਸ ਦੀ ਸੇਵਾ ਕਰ ਲਈਏ, ਪਰ ਨਿੰਦਿਆ ਜਦੋਂ ਅਸੀਂ ਕਰਦੇ ਹਾਂ ਕਿਸੇ ਤਰ੍ਹਾਂ ਦੀ, ਤਾਂ ਉਹ ਪਰਮਾਤਮਾ ਜਿਹੜਾ ਉਹ ਸਾਡੇ ਤੋਂ ਦੂਰ ਜਿਹੜਾ ਵਾ ਉਹ ਹੋ ਜਾਂਦਾ ਹੈ। ਇਹ ਸਾਨੂੰ ਹੋ ਇਸ ਜਾਂਦਾ ਜੀ, ਸਾਖੀ ਦੇ ਰਾਹੀਂ ਜਿਹੜਾ ਵਾ ਉਹ ਸਿੱਖਿਆ ਜਿਹੜੀ ਆ ਉਹ ਮਿਲਦੀ ਹੈ। ਇਸ ਤਰ੍ਹਾਂ ਉਹ ਪਰਮਾਤਮਾ ਜਿਹੜਾ ਹੈ, ਆਪਾਂ ਕਹਿ ਸਕਦੇ ਕਿ ਸਾਖੀ ਤੋਂ ਪਤਾ ਲੱਗਦਾ ਹੈ ਕਿ ਉਸਨੂੰ ਚੁਗਲੀ ਜਿਹੜੀ ਹੈ, ਨਿੰਦਿਆ ਜਿਹੜੀ ਹੈ ਉਹ ਨਹੀਂ ਭਾਉਂਦੀ। ਅਸਲ 'ਚ ਇਹ ਸਾਨੂੰ ਸਿੱਖਿਆ ਹੈ ਰੱਬ ਦੇ ਰਾਹ ਦੇ ਉੱਤੇ ਜਿਹੜੀ ਆ ਉਹ ਚੱਲਣ ਦੀ। ਜੀ, ਧੰਨਵਾਦ ਡਾਕਟਰ ਸਾਹਿਬ ਜੀ। ਇਹ ਬਹੁਤ ਅਹਿਮ ਸਾਖੀ ਆ, ਖਾਸ ਕਰਕੇ ਅੱਜ ਦੇ ਸਮੇਂ। ਵੈਸੇ ਤਾਂ ਜਿਹੜੀ ਨਿੰਦਿਆ ਇਹ ਕਈ ਸਦੀਆਂ ਜਾਂ ਯੁੱਗ ਪੁਰਾਣੀ ਹੋ ਸਕਦੀ ਆ, ਪਰ ਅੱਜ ਦੇ ਸਮੇਂ ਦੇ ਵਿੱਚ ਇਸ ਸਾਖੀ ਤੋਂ ਬਹੁਤ ਜ਼ਿਆਦਾ ਸੇਧ ਲੈਣ ਦੀ ਲੋੜ ਹੈ, ਕਿਉਂਕਿ ਜਦੋਂ ਦਾ ਇਹ ਸੋਸ਼ਲ ਮੀਡੀਆ ਆਇਆ, ਖਾਸ ਕਰਕੇ ਹਰ ਇੱਕ ਨੂੰ ਬਿਲਕੁਲ ਜਿਹੜੀ ਆ ਉਹ ਗੱਲ ਕਰਨ ਦਾ ਬਹੁਤ ਵੱਡਾ ਇੱਕ ਜਿਹੜਾ ਉਹ ਰਾਹ ਖੁੱਲ ਗਏ ਨੇ। ਤੇ ਉੱਥੇ ਆਪਾਂ ਦੇਖਦੇ ਹਾਂ ਕਿ ਵੱਡਾ ਹਿੱਸਾ ਜਿਹੜਾ ਆ ਉਹ ਇਸੇ ਕਰਕੇ ਹੀ ਜਿਹੜਾ ਖਰਾਬ ਹੋ ਰਿਹਾ ਵਾ। ਭਗਤ ਤਰਲੋਚਨ ਜੀ ਦੀ ਜਿਹੜੀ ਬਾਣੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ, ਉਹ ਕਿੰਨੀ ਬਾਣੀ ਜਿਹੜੀ ਆ ਉਹ ਦਰਜ ਆ ਉਹਨਾਂ ਦੀ, ਤੇ ਉਹ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਤੱਕ ਪਹੁੰਚਦੀ ਆ, ਇਹਦੇ ਉੱਤੇ ਜੋ ਵੀ ਚਾਨਣਾ ਪਾਇਓ ਜੀ। ਹਾਂਜੀ, ਭਗਤ ਨਾਮਦੇਵ ਜੀ ਦੀ ਆਪਾਂ ਭਗਤ ਤਰਲੋਚਨ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਭਗਤ ਤਰਲੋਚਨ ਜੀ ਦੇ 4 ਸ਼ਬਦ ਜਿਹੜੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਉਹ ਬਿਰਾਜਮਾਨ ਨੇ। ਜਦ ਜੀ, ਗੁਰੂ ਸਾਹਿਬਾਨ ਨੂੰ ਭਗਤ ਨਾਮਦੇਵ ਜੀ ਦੀ ਬਾਣੀ ਪ੍ਰਾਪਤ ਹੋਈ ਸੀ, ਉਸੇ ਸਮੇਂ ਹੀ ਮਹਾਰਾਸ਼ਟਰ ਤੋਂ ਜਿਹੜੀ ਸੀ ਇਹ ਭਗਤ ਤਰਲੋਚਨ ਜੀ ਦੀ ਬਾਣੀ ਜਿਹੜੀ ਸੀ ਉਹ ਇਕੱਤਰ ਹੋਈ ਸੀ। ਹੋ ਸਕਦਾ ਜਦ ਗੁਰੂ ਜੀ, ਨਾਨਕ ਪਾਤਸ਼ਾਹ ਜੀ ਜਿਹੜੇ ਸਨ ਉਹ ਮਹਾਰਾਸ਼ਟਰ ਦੇ ਵਿੱਚੋਂ ਲੰਘ ਰਹੇ ਸਨ, ਤਾਂ ਉਦੋਂ ਉਹਨਾਂ ਨੂੰ ਜੀ, ਇਹ 4 ਸ਼ਬਦ ਜਿਹੜੇ ਨੇ ਉਹ ਪ੍ਰਾਪਤ ਹੋਏ ਜੀ, ਹੁਣ। ਇਹ 4 ਜੀ, ਸ਼ਬਦ ਸ੍ਰੀ ਰਾਗ ਦੇ ਵਿੱਚ ਜਿਹੜਾ ਵਾ ਅੰਗ 92 ਦੇ ਉੱਤੇ ਜਿਹੜਾ ਸ਼ਬਦ ਹੈ, ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ, ਇਹ ਸ੍ਰੀ ਰਾਗ ਦੇ ਵਿੱਚ ਅੰਗ 92 ਦੇ ਉੱਤੇ ਜਿਹੜਾ ਉਹ ਸ਼ਬਦ ਬਿਰਾਜਮਾਨ ਹੈ। ਗੁਜਰੀ ਰਾਗ ਦੇ ਵਿੱਚ 2 ਸ਼ਬਦ ਨੇ, ਪਹਿਲਾ 525 ਅੰਗ ਦੇ ਉੱਤੇ, ਦੂਸਰਾ 526 ਅੰਗ ਦੇ ਉੱਤੇ, ਤੇ ਚੌਥਾ ਸ਼ਬਦ ਜਿਹੜਾ ਉਹ ਧਨਾਸਰੀ ਰਾਗ ਦੇ ਵਿੱਚ ਅੰਗ 695 ਦੇ ਉੱਤੇ ਜਿਹੜਾ ਵਾ ਉਹ ਬਿਰਾਜਮਾਨ ਹੈ। ਇਸ ਤਰੀਕੇ ਦੇ ਨਾਲ ਗੁਰੂ ਭਗਤ ਤਰਲੋਚਨ ਜੀ ਦੇ 4 ਸ਼ਬਦ ਜਿਹੜੇ ਨੇ ਉਹ ਸ੍ਰੀ ਗੁਰੂ ਜੀ। ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਉਹ ਬਿਰਾਜਮਾਨ ਹੈ। ਡਾਕਟਰ ਸਾਹਿਬ ਜੀ, ਇਹਨਾਂ 4 ਸ਼ਬਦਾਂ ਤੋਂ ਜਿਹੜਾ ਮੂਲ ਆ ਸਾਨੂੰ ਕੀ ਸਿੱਖਿਆ ਮਿਲਦੀ ਆ, ਇਹਦੇ ਉੱਤੇ ਜ਼ਰੂਰ ਚਰਨਾ ਪਾਓ ਜੀ। ਹਾਂਜੀ, ਭਗਤ ਤਰਲੋਚਨ ਜੀ ਦੀ ਜਿਹੜੀ ਬਾਣੀ ਹੈ, ਜੇ ਉਸ ਦੀਆਂ ਸਿੱਖਿਆਵਾਂ, ਉਹਨਾਂ ਦੇ ਸਿਧਾਂਤਾਂ ਦੀ ਗੱਲ ਕਰੀਏ ਤਾਂ ਉਸ ਪਰਮਾਤਮਾ ਦੇ ਨਾਲ ਇੱਕ ਸਿੱਖ ਦਾ, ਇੱਕ ਭਗਤ ਦਾ ਕਿਹੋ ਜਿਹਾ ਪਿਆਰ ਜਿਹੜਾ ਵਾ ਉਹ ਹੋਣਾ ਚਾਹੀਦਾ ਹੈ, ਉਹ ਸਾਨੂੰ ਭਗਤ ਤਰਲੋਚਨ ਜੀ ਦੀ ਬਾਣੀ ਤੋਂ ਜਿਹੜਾ ਵਾ ਉਹ ਮਿਲਦਾ ਹੈ। ਉਹ ਤਾਂ ਪਰਮਾਤਮਾ ਨੂੰ ਇਸ ਤਰ੍ਹਾਂ ਪਿਆਰ ਕਰਦੇ ਨੇ ਜਿਵੇਂ ਕੋਈ ਦੋਸਤ ਜਿਹੜਾ ਵਾ ਉਹ ਦੋਸਤ ਨੂੰ ਗਲ ਵੱਕੜੀ ਵਿੱਚ ਲੈ ਕੇ ਮਿਲਦਾ ਹੈ। ਉਸ ਤਰ੍ਹਾਂ ਭਗਤ ਤਰਲੋਚਨ ਜੀ ਕਹਿ ਰਹੇ ਨੇ ਕਿ ਹੇ ਪਰਮਾਤਮਾ, ਤੂੰ ਮੈਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਗਲ ਵੱਕੜੀ 'ਚ ਲੈ ਕੇ ਮਿਲ ਮੇਰੇ ਬੀਠੜਾ ਲੈ ਬਾਹੜੀ ਵਲਾਏ,
ਕਿ ਹੇ ਮੇਰੇ ਬੀਠਲ, ਹੇ ਵਾਹਿਗੁਰੂ, ਮੈਨੂੰ ਇਸ ਤਰ੍ਹਾਂ ਮਿਲ, ਜਿਸ ਤਰ੍ਹਾਂ ਇੱਕ ਦੋਸਤ ਦੋਸਤ ਨੂੰ ਜਿਹੜਾ ਵਾ ਅੱਗੇ ਗਲਵੱਕੜੀ ਦੇ ਵਿੱਚ ਲੈ ਕੇ ਜਿਹੜਾ ਉਹ ਮਿਲਦਾ ਹੈ, ਮਿਲ ਮੇਰੇ ਰਮਈਆ ਮੈਂ ਲਹਿ ਛਡਾਏ, ਕਿ ਹੇ ਮੇਰੇ ਰਮਈਆ, ਮੈਨੂੰ ਇਸ ਤਰ੍ਹਾਂ ਜਿਹੜਾ ਵਾ ਉਹ ਮਿਲ, ਤੇ ਮੈਨੂੰ ਜਿਹੜਾ ਵਾ ਇਹ 84 ਲੱਖ ਜੂਨਾਂ ਜਿਹੜੀਆਂ ਨੇ ਇਸ ਆਵਾਗਣ ਤੋਂ ਜਿਹੜਾ ਵਾ ਮੈਨੂੰ ਛੁਡਾ ਲੈ, ਮੇਰਾ ਜਿਹੜਾ ਉਹ ਛੁਟਕਾਰਾ ਜਿਹੜਾ ਉਹ ਕਰਵਾ ਦੇ। ਭਗਤ ਤਰਲੋਚਨ ਜੀ ਜਿਹੜਾ ਵਾ ਉਹ ਮਾਇਆ ਦੇ ਸਿਧਾਂਤ ਜਿਹੜਾ ਵਾ ਉਸਦੇ ਉੱਤੇ ਦੱਸਦੇ ਨੇ, ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਇਹ ਮਾਇਆ ਦੇ ਵਿੱਚ ਇੰਨਾ ਜਿਹੜਾ ਵਾ ਉਹ ਮੋਹਿਆ ਗਿਆ ਹੈ ਕਿ ਇਸ ਨੂੰ ਆਪਣਾ ਜਨਮ ਮਰਨ ਜਿਹੜਾ ਵਾ 84 ਲੱਖ ਜੂਨਾਂ ਜਿਹੜੀਆਂ ਨੇ, ਜਿਹੜਾ ਆਵਾਗਮਨ ਹੈ ਉਹ ਇਸ ਮਾਇਆ ਦੇ ਚੱਕਰ ਦੇ ਵਿੱਚ ਜਿਹੜਾ ਵਾ ਉਹ ਭੁੱਲ ਗਿਆ ਹੈ। ਇਹ ਕਮਲਾ ਤਾਂ ਆਪਣੇ ਟੱਬਰ ਦੇ ਵਿੱਚ ਜਿਹੜਾ ਵਾ ਇੰਨਾ ਕੁ ਖੁੱਭ ਗਿਆ ਹੈ ਕਿ ਇਹ ਜਿੱਦਾਂ ਕੋਈ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਜਿਹੜਾ ਵਾ ਉਹ ਖੁਸ਼ ਹੁੰਦਾ ਹੈ, ਇਸ ਤਰੀਕੇ ਦੇ ਨਾਲ ਇਹ ਆਪਣੇ ਪਰਿਵਾਰ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਇਹ ਪਰਾਈਆਂ ਇਸਤਰੀਆਂ ਨੂੰ ਵੇਖ ਕੇ ਜਿਹੜਾ ਉਹ ਖੁਸ਼ ਹੁੰਦਾ ਹੈ। ਭਗਤ ਤਰਲੋਚਨ ਜੀ ਕਹਿੰਦੇ ਨੇ, ਆਂਦੇ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕਿ ਇਸ ਪ੍ਰਾਣੀ ਨੂੰ ਜਿਹੜਾ ਸੀ ਉਹ ਬੁਢੇਪਾ ਵੀ ਵਿਸਰ ਗਿਆ ਕਿ ਮੈਨੂੰ ਇੱਕ ਦਿਨ ਬੁਢੇਪਾ ਵੀ ਆਉਣਾ ਹੈ, ਉਹਨੂੰ ਇਹ ਵੀ ਵਿਸਰ ਗਿਆ ਕਿ ਮੈਨੂੰ ਇੱਕ ਦਿਨ ਜਿਹੜੀ ਮੌਤ ਵੀ ਆਉਣੀ ਹੈ। ਕੁਟੰਬ ਦੇਖ ਬਿਕਸੇ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ, ਕਿ ਇਹ ਕਪਟੀ ਨਰ ਜਿਹੜਾ ਹੈ ਦੂਸਰੇ ਦੇ ਘਰ ਵੱਲ ਪਰਾਈਆਂ ਇਸਤਰੀਆਂ ਵੱਲ ਵੇਖ ਕੇ ਜਿਹੜਾ ਵਾ ਉਹ ਖੁਸ਼ ਹੁੰਦਾ ਹੈ, ਪਰ ਆਪਣੀ ਮੌਤ ਨੂੰ ਜਿਹੜਾ ਉਹ ਭੁੱਲਿਆ ਫਿਰਦਾ ਹੈ। ਉਹਨਾਂ ਨੇ ਤਾਂ ਸਗੋਂ ਇਹ ਮਾਇਆ ਦੇ ਉੱਪਰ ਇਹੋ ਜਿਹਾ ਕਟਾਕਸ਼ ਕੀਤਾ ਹੈ ਕਿ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ, ਮਹਿ ਜੇ ਮਰੇ ਸਰਪ ਜੌਨ ਵੱਲ ਵੱਲ ਅਵਤਰੇ, ਕਿ ਜੇ ਕੋਈ ਇਹ ਸਾਰੀ ਉਮਰ ਮਾਇਆ ਦੇ ਵਿੱਚ ਹੀ ਜਿਹੜੀ ਆ ਉਹ ਸੁਰਤ ਲਾਈ ਰੱਖਦਾ ਹੈ ਤਾਂ ਉਸ ਦਾ ਹਾਲ ਇਸ ਤਰ੍ਹਾਂ ਹੁੰਦਾ ਹੈ ਕਿ ਆਖਰੀ ਸਮੇਂ ਵੀ ਜਿਸ ਦੇ ਵਿੱਚ ਹੀ ਸੁਰਤ ਪੱਕ ਜਾਂਦੀ ਹੈ, ਉਹੀ ਸੁਰਤ ਆਖਰੀ ਸਮੇਂ ਜਿਹੜੀ ਆ ਮੌਤ ਸਮੇਂ ਤੱਕ ਚੱਲਦੀ ਹੈ। ਤੇ ਇਹੋ ਜਿਹੀ ਸੁਰਤ ਪੱਕੀ ਵਾਲਾ ਫਿਰ ਸੱਪ ਦੀ ਜੂਨ ਦੇ ਵਿੱਚ ਹੀ ਜਿਹੜਾ ਵਾ ਉਹ ਪੈਂਦਾ ਹੈ। ਇਸ ਤਰ੍ਹਾਂ ਭਗਤ ਤਰਲੋਚਨ ਜੀ ਜਿਹੜੇ ਨੇ, ਉਹਨਾਂ ਨੇ ਮਾਇਆ ਜਿਹੜੀ ਆ ਜਿੱਥੇ ਗੁਜਰਾਨ ਹੈ ਉੱਥੇ ਮਾਇਆ 'ਚ ਖੁਬੇ ਹੋਏ ਜਿਹੜੇ ਵਿਅਕਤੀ ਨੇ, ਉਹਨਾਂ ਨੂੰ ਇਹ ਜਿਹੜੀ ਆ ਸਿੱਖਿਆ ਦਿੱਤੀ ਹੈ। ਭਗਤ ਤਰਲੋਚਨ ਜੀ ਦੇ ਸਮੇਂ ਜਿਸ ਤਰ੍ਹਾਂ ਦਾ ਬ੍ਰਾਹਮਣਵਾਦ ਦਾ ਰੂਪ ਸੀ, ਉਹਨਾਂ ਨੇ ਤਾਂ ਬ੍ਰਾਹਮਣਵਾਦ ਦੇ ਉੱਤੇ ਵੀ ਬੜੇ ਤਨਜ ਜਿਹੜੇ ਆਪਣੀ ਬਾਣੀ ਦੇ ਵਿੱਚ ਕੱਸੇ ਨੇ। ਜਿਵੇਂ ਲਿਖਦੇ ਨੇ ਕਿ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਕਿ ਤੁਸੀਂ ਆਪਣਾ ਮਨ ਜਿਹੜਾ ਅੰਦਰੋਂ ਤਾਂ ਨਿਰਮਲ ਨਹੀਂ ਕੀਤਾ, ਪਰ ਬਾਹਰੋਂ ਜਿਹੜਾ ਵਾ ਤੁਸੀਂ ਉਦਾਸੀਆਂ ਵਾਲਾ, ਸੰਨਿਆਸੀਆਂ ਵਾਲਾ ਜਿਹੜਾ ਭੇਖ ਵਾ ਉਸ ਨੂੰ ਧਾਰਨ ਕਰ ਲਿਆ। ਹਿਰਦੇ ਕਮਲ ਘਟ ਬ੍ਰਹਮ ਨ ਚੀਨਾ, ਕਾਹੇ ਭਿਆ ਸੰਨਿਆਸੀ, ਕਿ ਆਪਣੇ ਅੰਦਰ ਤਾਂ ਤੁਸੀਂ ਪ੍ਰਮਾਤਮਾ ਨੂੰ ਵੇਖ ਨਹੀਂ ਸਕੇ, ਪਰ ਆਪਣੇ ਆਪ ਨੂੰ ਤੁਸੀਂ ਜਿਹੜੇ ਆ ਉਹ ਸੰਨਿਆਸੀ ਜਿਹੜਾ ਵਾ ਉਹ ਕਹਿੰਦੇ ਹੋ। ਭਰਮੇ ਭੂਲੀ ਰਹਿ ਜੇ ਜੈ ਚੰਦਾ, ਕੋਈ ਜੈ ਚੰਦ ਨਾਮ ਦਾ ਬ੍ਰਾਹਮਣ ਹੈ ਜਿਸ ਦੇ ਨਾਲ ਭਗਤ ਤਰਲੋਚਨ ਜੀ ਦੀ ਜਿਹੜੀ ਆ ਉਹ ਸਮਾਂਤ ਜਿਹੜਾ ਵਾ ਉਹ ਰਚਾਇਆ ਜਾ ਰਿਹਾ ਹੈ। ਤੇ ਉਹ ਕਹਿਣ ਲੱਗੇ ਕਿ ਜੈ ਚੰਦ ਬ੍ਰਾਹਮਣ, ਤੁਸੀਂ ਤਾਂ ਭਰਮਾਂ ਦੇ ਵਿੱਚ ਜਿਹੜਾ ਭੁੱਲੇ ਹੋਏ ਹੋ, ਨਹੀਂ ਚੀਨਿਆ ਪਰਮਾਨੰਦਾ, ਪਰ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੇ ਹਿਰਦੇ ਤੋਂ, ਆਪਣੇ ਮਨੋਂ, ਆਪਣੇ ਦਿਲੋਂ ਇੱਕ ਵਾਰ ਵੀ ਕਦੇ ਉਸ ਪਰਮਾਤਮਾ ਨੂੰ ਜਿਹੜਾ ਵਾ ਉਹ ਨਹੀਂ ਧਿਆਇਆ, ਨਹੀਂ ਜਪਿਆ। ਇਸ ਤਰ੍ਹਾਂ ਭਗਤ ਤਰਲੋਚਨ ਜੀ ਦੇ ਬੇਸ਼ੱਕ 4 ਸ਼ਬਦ ਨੇ, ਪਰ ਇਹਨਾਂ 4 ਸ਼ਬਦਾਂ ਦੇ ਰਾਹੀਂ ਜਿਹੜੀਆਂ ਉਹਨਾਂ ਦੀਆਂ ਜੇ ਆਪਾਂ ਸਿੱਖਿਆਵਾਂ ਦੀ ਗੱਲ ਕਰੀਏ ਤਾਂ ਉਹ ਬ੍ਰਾਹਮਣਵਾਦ ਦੇ ਬਾਰੇ ਵੀ ਬੋਲਦੇ ਨੇ, ਮਾਇਆ ਬਾਰੇ ਵੀ ਬੋਲਦੇ ਨੇ, ਉਸ ਪਰਮਾਤਮਾ ਦੇ ਪਿਆਰ ਬਾਰੇ ਵੀ ਬੋਲਦੇ ਨੇ, ਅਜੋਕੀਆਂ ਸਮੱਸਿਆਵਾਂ ਬਾਰੇ ਵੀ ਉਹ ਆਪਣੀ ਬਾਣੀ ਦੇ ਵਿੱਚ ਜਿਹੜਾ ਉਹ ਗੱਲ ਕਰਦੇ ਨੇ। ਜੀ ਧੰਨਵਾਦ ਰਾਈਟਰ ਸਾਹਿਬ ਜੀ। ਅੱਜ ਦਾ ਜਿਹੜਾ ਸਮਾਂ ਆ 2023 ਦਾ, ਭਾਵੇਂ ਕਿ ਕਰੀਬ ਭਗਤ ਜੀ ਨੂੰ ਜਿਹੜੇ ਹੋਇਆਂ ਨੂੰ ਕਰੀਬ 800 ਸਾਲ ਜਾਂ 750 ਸਾਲ ਹੋ ਗਿਆ ਆ, ਉਹਨਾਂ ਦੀ ਬਾਣੀ ਤੋਂ ਅੱਜ ਜਿੱਦਾਂ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਬੜੀ ਵੱਖਰੀ ਕਿਸਮ ਦੀ ਸਥਿਤੀ ਬਣੀ ਹੋਈ ਆ। ਇਹ ਕਹਿ ਸਕਦੇ ਹਾਂ ਕਿ ਜਿੱਦਾਂ ਦੀ ਸਥਿਤੀ ਅੱਜ ਤੋਂ 75 ਸਾਲ ਪਹਿਲਾਂ ਬਣੀ ਸੀਗੀ, ਪਹਿਲੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿੱਚ, ਉਸ ਤਰੀਕੇ ਦੀ ਸਥਿਤੀ ਦੁਬਾਰਾ ਬਣ ਰਹੀ ਆ। ਖਾਸ ਕਰਕੇ ਆ ਜਿਹੜੇ ਪਿਛਲੇ ਆਪਾਂ ਜੇ ਕਹੀਏ ਕਿ ਇਸ ਹਫ਼ਤੇ ਪਿਛਲੇ 2-3 ਦਿਨਾਂ ਦੇ ਵਿੱਚ ਜੋ ਵੀ ਸਾਰੀ ਦੁਨੀਆ ਦੇ ਵਿੱਚ ਜੋ ਵਾਪਰਿਆ ਆ, ਇੱਕ ਬਹੁਤ ਵੱਡੇ ਪੱਧਰ ਉੱਤੇ ਬਦਲ ਫੇਰ ਹੋਏ ਨੇ। ਰਾਜਨੀਤੀ ਦੇ ਵਿੱਚ ਵੀ, ਸਮਾਜ ਦੇ ਵਿੱਚ ਵੀ ਸਿੱਖਾਂ ਨੂੰ ਲੈ ਕੇ ਬਹੁਤ ਸਾਰੀ ਚਰਚਾ ਜਿਹੜੀ ਆ ਹਨਾ ਉਹ ਹੋ ਰਹੀ ਆ, ਤੇ ਭਾਰਤੀ ਸਟੇਟ ਨੂੰ ਲੈ ਕੇ ਵੀ, ਪੱਛਮ ਨੂੰ ਲੈ ਕੇ, ਇਹ ਸਾਰਾ ਕੁਛ ਅੱਜ ਆਪਾਂ ਭਗਤ ਜੀ ਦੀ ਬਾਣੀ ਦੇ ਵਿੱਚ ਸਾਨੂੰ ਕੀ ਸੇਧ ਮਿਲਦੀ ਹੈ ਕਿ ਇਸ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਆ, ਜਿਹੜਾ ਆਪਾਂ ਆਪਣਾ ਭਵਿੱਖ ਜਾਂ ਕੌਮੀ ਭਵਿੱਖ ਆਪਾਂ ਜਿਹੜਾ ਸੁਧਾਰ ਸਕੀਏ। ਹਾਂਜੀ,
ਵਿਸ਼ਵ ਦੀ ਜੇ ਆਪਾਂ ਅਜੋਕੀ ਸਥਿਤੀ ਦੇ ਬਾਰੇ ਗੱਲ ਕਰੀਏ ਤਾਂ ਅਜੋਕੀ ਸਥਿਤੀ ਜਿਹੜੀ ਆ ਉਹ ਡਾਵਾਂ-ਡੋਲ ਜਿਹੜੀ ਆ ਉਹ ਹੋ ਚੁੱਕੀ ਹੈ। ਤੇ ਜੀ ਵਿਸ਼ਵ ਦੀ ਜਿਹੜੀ ਆਪਾਂ ਕਹਿ ਲਈਏ ਸੁਰਤ ਆ, ਉਹ ਇੱਕ ਸੁਰ ਵਿਗੜੀ ਹੋਈ ਹੈ, ਹਨਾ? ਉਹ ਕਦੇ ਇਹ ਜੀ ਨਹੀਂ ਕਿ ਕੋਈ ਆਹ ਦੇਸ਼ ਦੇ ਵਿੱਚ ਕਿਸੇ ਦੀ ਸੁਰਤ ਵਿਗੜੀ ਜਾਂ ਇੱਥੇ ਵਿਗੜੀ ਹੈ। ਪੂਰੇ ਵਿਸ਼ਵ ਦੀ ਜਿਹੜੀ ਸੁਰਤ ਆ ਉਹ ਵਿਗੜ ਚੁੱਕੀ ਹੈ। ਆਪਾਂ ਕਹਿ ਸਕਦੇ ਕਿ ਨਾਮ ਜੀ ਤੋਂ ਭੁੱਲੀ ਭਟਕਦੀ ਜਿਹੜੀ ਆ ਵਿਸ਼ਵ ਸੁਰਤ ਆ, ਉਹ ਸਾਰੇ ਵਿਸ਼ਵ ਨੂੰ, ਪੂਰੀ ਦੁਨੀਆ ਨੂੰ ਜਿਹੜੀ ਆ ਉਹ ਨਿਗਲਣ ਦੀ ਤਿਆਰੀ ਦੇ ਵਿੱਚ ਆ, ਹੜੱਪਣ ਦੀ ਤਿਆਰੀ ਦੇ ਵਿੱਚ ਵਾ। ਇੱਕ ਤਰ੍ਹਾਂ ਦਾ ਪੂਰਾ ਵਿਸ਼ਵ ਜਿਹੜਾ ਉਹ ਬਰੂਦ ਦੇ ਢੇਰ ਦੇ ਉੱਤੇ ਜਿਹੜਾ ਵਾ ਉਹ ਬੈਠ ਚੁੱਕਾ ਹੈ। ਪੂਰਾ ਵਿਸ਼ਵ ਜਿਹੜਾ ਉਹ ਈਰਖਾ ਦੇ ਢੇਰ ਦੇ ਉੱਤੇ ਜਿਹੜਾ ਵਾ ਉਹ ਬੈਠ ਚੁੱਕਾ ਹੈ। ਪੂਰਾ ਵਿਸ਼ਵ ਜਿਹੜਾ ਉਹ ਦੁਸ਼ਮਣੀ ਦੇ ਢੇਰ ਦੇ ਉੱਤੇ ਜਿਹੜਾ ਵਾ ਉਹ ਬੈਠ ਚੁੱਕਾ ਹੈ। ਇਸ ਦਾ ਕਾਰਨ ਜਿਹੜਾ ਇਹੀ ਹੈ ਕਿ ਜਿਹੜੀ ਵਿਸ਼ਵ ਦੀ ਸੁਰਤ ਹੈ ਉਹ ਦੁਨਿਆਵੀ ਹੋ ਗਈ ਹੈ। ਵਿਸ਼ਵ ਦੀ ਸੁਰਤ ਜਿਹੜੀ ਆ ਉਹ ਮਾਇਆਵੀ ਹੋ ਗਈ ਹੈ। ਤਾਂ ਹੀ ਉਸ ਜੀ ਸੁਰਤ ਦੇ ਵਿੱਚੋਂ ਰੱਬ ਦਾ ਨਾਮ ਜਿਹੜਾ ਵਾ ਉਹ ਖਤਮ ਹੋ ਗਿਆ। ਜਿੱਥੇ ਰੱਬ ਦਾ ਨਾਮ ਖਤਮ ਹੋ ਜਾਏਗਾ, ਉੱਥੇ ਫਿਰ ਸਰਬੱਤ ਦਾ ਭਲਾ ਵੀ ਜਿਹੜਾ ਵਾ ਉਹ ਖਤਮ ਹੋ ਜਾਏਗਾ। ਮੰਨੇ ਜੀ ਸੁਰਤ ਹੋਵੇ ਮਨ ਬੁੱਧ, ਕਿ ਜਿਹੋ ਜੀ ਸਾਡੀ ਸੁਰਤ ਹੋਏਗੀ ਉਹੋ ਜੀ ਹੀ ਸਾਡੀ ਜਿਹੜੀ ਆ ਬੁੱਧੀ ਜਿਹੜੀ ਆ ਉਹ ਉਪਜਣੀ ਆ। ਪਰ ਇਸ ਜੀ ਸਮੇਂ ਦੀ ਜਿਹੜੀ ਸੁਰਤ ਵਾ ਉਹ ਇੰਨੀ ਕੁ ਵਿਗੜ ਗਈ ਆ ਕਿ ਉਹਦੇ ਨਾਲ ਬੁੱਧੀ ਵੀ ਜਿਹੜੀ ਆ ਵਿਗੜ ਗਈ ਹੈ। ਇੱਕ ਤਰ੍ਹਾਂ ਦਾ ਮਨੁੱਖ ਜਿਹੜਾ ਵਾ ਉਹ ਟੈਕਨੋਲੋਜੀ ਦੇ ਵਿੱਚ ਫਸਿਆ ਹੋਣ ਦੇ ਬਾਵਜੂਦ ਵੀ ਆਪਾਂ ਕਹਿ ਸਕਦੇ ਕਿ ਬੁੱਧੀਹੀਣ ਮਨੁੱਖ ਜਿਹੜਾ ਵਾ ਉਹ ਹੋ ਚੁੱਕਾ ਵਾ, ਹਨਾ? ਇਹੀ ਕਾਰਨ ਜੀ ਜਿਹੜਾ ਵਾ ਆਉਣ ਵਾਲੇ ਸਮੇਂ 'ਚ ਸਾਡੇ ਆਵਾਗਮਨ ਦਾ ਕਾਰਨ ਜਿਹੜਾ ਵਾ ਉਹ ਬਣੇਗਾ। ਜੀ ਤਰਲੋਚਨ ਜੀ ਨੇ ਆਪਣੇ ਇੱਕ ਸ਼ਬਦ ਦੇ ਵਿੱਚ ਜਿਹੜਾ ਵਾ ਇਹ ਸਾਰੀ ਸਥਿਤੀ ਨੂੰ ਜਿਹੜਾ ਵਾ ਉਹ ਬਿਆਨ ਕੀਤਾ ਹੈ। ਉਹ ਕਹਿੰਦੇ ਕਿ ਜਿਨ੍ਹਾਂ ਦੀ ਸੁਰਤ ਇਸ ਤਰ੍ਹਾਂ ਦੀ ਹੋ ਜਾਵੇ, ਉਹਨਾਂ ਦਾ ਜੀ ਭਵਿੱਖ ਜਿਹੜਾ ਵਾ ਉਹ ਫਿਰ ਕਿਸ ਤਰ੍ਹਾਂ ਦਾ ਹੋਵੇਗਾ। ਉਹਨਾਂ ਇੱਕ ਸ਼ਬਦ 'ਚ ਜ਼ਿਕਰ ਕੀਤਾ ਹੈ ਕਿ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਜੀ ਸਰਪ ਜੋਨ ਵੱਲ ਵੱਲ ਉਤਰੇ। ਕਿ ਜਿਹੜਾ ਮਨੁੱਖ ਜੀ ਮਰਦੇ ਸਮੇਂ ਜਾਂ ਹਰ ਸਮੇਂ ਪੈਸੇ ਨੂੰ ਹੀ ਜਿਹੜਾ ਵਾ ਪੈਸੇ ਪਿੱਛੇ ਹੀ ਨੱਠਾ ਫਿਰਦਾ ਹੈ, ਪੈਸਾ ਹੀ ਕਰਦਾ ਫਿਰਦਾ ਹੈ, ਉਹ ਫਿਰ ਮਰਨ ਤੋਂ ਬਾਅਦ ਤਾਂ ਭਗਤ ਤਰਲੋਚਨ ਜੀ ਕਹਿੰਦੇ ਕਿ ਸੱਪ ਦੀ ਜੂਨ ਜਿਹੜੀ ਉਹ ਉਹਦੇ ਵਿੱਚ ਪੈਂਦਾ ਹੈ। ਇਸ ਵੇਲੇ ਪੂਰਾ ਵਿਸ਼ਵ ਜਿਹੜਾ ਉਸਨੂੰ ਆਪਾਂ ਕਹਿ ਸਕਦੇ ਕਿ ਪੈਸਾ ਨਚਾ ਰਿਹਾ ਹੈ, ਮਾਇਆ ਜਿਹੜੀ ਆ ਉਹ ਨਚਾ ਰਹੀ ਹੈ। ਭਗਤ ਤਰਲੋਚਨ ਜੀ ਅੱਗੇ ਕਹਿੰਦੇ ਕਿ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ, ਕਿ ਮੈਨੂੰ ਕਦੇ ਵੀ ਉਹ ਪਿਆਰਾ ਪ੍ਰਮਾਤਮਾ ਜਿਹੜਾ ਵਾ ਉਹ ਨਾ ਵਿਸਰੇ। ਭਗਤ ਜੀ ਤਰਲੋਚਨ ਜੀ ਆਪਣੇ ਇਸੇ ਸ਼ਬਦ ਦੇ ਵਿੱਚ ਅੱਗੇ ਕਹਿੰਦੇ ਨੇ ਕਿ ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਜੀ ਮਹਿ ਜੇ ਮਰੇ। ਕਿ ਜੇ ਕੋਈ ਮਰਦੇ ਸਮੇਂ ਇਸਤਰੀਆਂ ਨੂੰ ਆਪਣੇ ਧਿਆਨ ਦੇ ਵਿੱਚ ਜਿਹੜਾ ਵਾ ਉਹ ਲਿਆਉਂਦਾ ਹੈ, ਤੇ ਇਸ ਤਰ੍ਹਾਂ ਦੀ ਜੀ ਮੌਤ ਜਿਹੜੀ ਆ ਉਹ ਕੋਈ ਮਰਦਾ ਹੈ ਬੇਸਵਾ ਜੌਨ ਵੱਲ ਵੱਲ ਉਤਰੇ, ਉਹਨੂੰ ਅਗਲੀਆਂ ਜੂਨਾਂ ਜਿਹੜੀਆਂ ਉਹ ਬੇਸਵਾ ਦੀਆਂ ਜਿਹੜੀਆਂ ਵਾ ਉਹ ਮਿਲਦੀਆਂ ਨੇ। ਤੇ ਅਜੋਕਾ ਜਿਹੜਾ ਵਿਸ਼ਵ ਹੈ, ਹਨਾ, ਇਹ ਜਿਸ ਤਰ੍ਹਾਂ ਕਾਮ ਦੇ ਵਿੱਚ ਗਰਸਿਆ ਗਿਆ ਹੈ, ਜਿਸ ਤਰ੍ਹਾਂ ਜੀ ਇਹ ਪੂਰਾ ਵਿਸ਼ਵ ਜਿਹੜਾ ਵਾ ਉਹ ਕਾਮ ਦੇ ਵਿੱਚ, ਕਾਮ ਉਤੇਜਨਾ ਦੇ ਵਿੱਚ ਜਿਹੜਾ ਵਾ ਉਹ ਗਰਕ ਹੋ ਰਿਹਾ ਹੈ। ਇਹ ਇਸ ਦਾ ਭਵਿੱਖ ਜਿਹੜਾ ਵਾ ਉਹ ਆਪਾਂ ਕਹਿ ਸਕਦੇ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਵੇਗਾ। ਇਸ ਦੇ ਬਾਰੇ ਜੀ ਭਗਤ ਤਰਲੋਚਨ ਜੀ ਨੇ ਸਾਨੂੰ ਜਿਹੜਾ ਵਾ ਉਹ ਦੱਸ ਦਿੱਤਾ ਹੈ। ਅੱਗੇ ਭਗਤ ਤਰਲੋਚਨ ਜੀ ਨੇ ਇਸੇ ਸ਼ਬਦ ਦੇ ਵਿੱਚ ਸਾਡੀ ਹਾਲਤ ਜਿਹੜੀ ਉਹ ਬਿਆਨ ਕੀਤੀ ਹੈ ਕਿ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਸੂਕਰ ਜੋਨ ਵੱਲ ਵੱਲ ਉਤਰੇ। ਲੜਕੇ ਆਪਣੀ ਔਲਾਦ, ਹਨਾ, ਇਸ ਵੇਲੇ ਜੀ ਦੁਨੀਆ ਦੇ ਉੱਤੇ ਜ਼ਿਆਦਾਤਰ ਲੋਕ ਆਪਣੀ ਔਲਾਦ ਦੇ ਲਈ ਸਾਰਾ ਕੁਝ ਜਿਹੜਾ ਕਰਦੇ ਨੇ, ਹਨਾ। ਉਹਨਾਂ ਨੂੰ ਜੀ ਸਿਰਫ ਆਪਣੀ ਔਲਾਦ ਹੀ ਜਿਹੜੀ ਆ ਉਹ ਪਿਆਰੀ ਹੈ। ਤੇ ਉਹ ਜੇ ਜੀ ਕੋਈ ਕਮਾਈ ਕਰ ਰਹੇ ਨੇ, ਪਾਪ ਕਰ ਰਹੇ ਨੇ, ਜੋ ਕੁਝ ਵੀ ਕਰ ਰਹੇ ਨੇ, ਉਹ ਸਿਰਫ ਆਪਣੀ ਔਲਾਦ ਦੀ ਭਲਾਈ ਲਈ ਹੀ ਕਰ ਰਹੇ ਨੇ, ਹਨਾ। ਬਹੁਤੇ ਜੀ ਲੋਕ ਇਹੀ ਕਹਿੰਦੇ ਨੇ ਕਿ ਬਈ ਜੋ ਅਸੀਂ ਕਰ ਰਹੇ ਹਾਂ, ਅਸੀਂ ਜੇ ਅੱਜ ਔਖੇ ਹੋ ਰਹੇ ਹਾਂ ਤੇ ਆਪਣੀ ਔਲਾਦ ਨੂੰ ਸੁੱਖ ਦੇਣ ਦੇ ਲਈ ਹੀ ਜਿਹੜੇ ਆ ਨਾ ਸੁੱਖ ਉਹ ਦੇਣ ਔਖੇ ਵਾਸਤੇ ਹੋ ਜੀ ਰਹੇ ਆ, ਹਨਾ। ਜੀ ਦੁਨੀਆ ਦੀ ਜੀ ਸੋਚ ਜਿਹੜੀ ਉਹ ਇਸ ਤਰ੍ਹਾਂ ਦੀ ਹੈ। ਤੇ ਭਗਤ ਜੀ ਤਰਲੋਚਨ ਜੀ ਕਹਿੰਦੇ ਕਿ ਜੇ ਕੋਈ ਇਸ ਤਰ੍ਹਾਂ ਦੀ ਸੋਚ ਜਿਹੜੀ ਰੱਖਦਾ ਹੈ, ਹਨਾ, ਉਹ ਅਗਲੀ ਜੂਨ ਜਿਹੜੀ ਉਹ ਸੂਰ ਦੀ ਜੂਨ ਜਿਹੜਾ ਪੈਂਦਾ ਹੈ। ਕਿਉਂਕਿ ਸੂਰ ਦੇ ਬੜੇ ਬੱਚੇ ਹੁੰਦੇ ਨੇ, ਹਨਾ। ਸੂਰ ਜੀ ਦੀ ਜਿਹੜੀ ਆ ਉਹ ਬਹੁਤ ਸਾਰੇ ਬੱਚੇ ਦਿੰਦੀ ਹੈ, ਤੇ ਜਦੋਂ ਕਿਤੇ ਉਹ ਚੱਲ ਰਹੀ ਹੁੰਦੀ, ਸੜਕ ਪਾਰ ਕਰ ਰਹੀ ਹੁੰਦੀ, ਤਾਂ ਬੜੇ ਬੱਚੇ ਉਹਦੇ ਪਿੱਛੇ ਪਿੱਛੇ ਜਿਹੜੇ ਉਹ ਨੱਠੇ ਫਿਰ ਰਹੇ ਹੁੰਦੇ ਨੇ, ਹਨਾ। ਜੇ ਸਾਡੀ ਜੀ ਸੁਰਤ ਜਿਹੜੀ ਆ ਉਹ ਹਮੇਸ਼ਾ ਬੱਚਿਆਂ 'ਚ ਰਹੇਗੀ, ਸਾਡੀ ਸੁਰਤ ਜਿਹੜੀ ਆ ਉਹ ਬੱਚਿਆਂ ਦੇ ਲਈ ਕਮਾਈ ਦੇ ਵਿੱਚ ਹੀ ਰਹੇਗੀ, ਅਸੀਂ ਕਦੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਿਆ ਹੋਏਗਾ, ਪਰਮਾਤਮਾ ਵੱਲ ਧਿਆਨ ਨਹੀਂ ਲਗਾਇਆ ਹੋਏਗਾ, ਸਾਡੇ ਜੀ ਜਿੰਨੇ ਪਾਪ ਨੇ, ਜਿੰਨੇ ਜੋ ਕੁਝ ਵੀ ਅਸੀਂ ਬੱਚਿਆਂ ਲਈ ਕਰ ਰਹੇ ਹਾਂ, ਤਾਂ
ਫਿਰ ਸਾਡਾ ਭਵਿੱਖ ਜਿਹੜਾ ਵਾ ਉਹ ਕਹਿ ਸਕਦੇ ਆਪਾਂ ਕਿ ਇੱਕ ਸੂਰ ਵਾਲਾ ਭਵਿੱਖ ਹੀ ਜਿਹੜਾ ਵਾ ਉਹ ਸਾਡਾ ਹੋਵੇਗਾ। ਹਰੇਕ ਮਨੁੱਖ ਜਿਹੜਾ ਉਹ ਘਰ ਬਣਾਉਣ ਦੇ ਵਿੱਚ ਹੀ ਲੱਗਾ ਹੋਇਆ ਹੈ, ਹਨਾ। ਕੋਈ 1 ਮੰਜ਼ਲੀ, 2 ਮੰਜ਼ਲੀ, 3 ਮੰਜ਼ਲੀ, ਹਨਾ। ਇਸ ਤਰੀਕੇ ਨਾਲ ਮੰਜ਼ਲਾਂ ਵੱਧ ਰਹੀਆਂ ਨੇ, ਘਰ ਦੀ ਸਜਾਵਟ ਜਿਹੜੀ ਆ ਉਹ ਵੱਧ ਰਹੀ ਹੈ। ਲੋਕ ਸਾਰੀ ਜ਼ਿੰਦਗੀ ਘਰ ਬਣਾਉਣ ਦੇ ਵਿੱਚ ਹੀ ਜਿਹੜਾ ਵਾ ਉਹ ਲਾ ਰਹੇ ਨੇ। ਉਸੇ ਘਰ ਦੇ ਬਾਰੇ ਸੋਚਦੇ ਆ, ਉਸੇ ਘਰ ਦੇ ਬਾਹਰ ਵਾਰ ਸੈਲਫੀਆਂ ਲੈਂਦੇ ਆ ਹੀ ਉਹਨਾਂ ਦੀ ਉਮਰ ਜਿਹੜੀ ਆ ਉਹ ਗੁਜ਼ਰ ਜਾਂਦੀ ਹੈ। ਤੇ ਭਗਤ ਨਾਮ ਤਰਲੋਚਨ ਜੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਅੰਤਕਾਲ ਜੋ ਮੰਦਰ ਸਿਮਰੇ, ਮੰਦਰ ਕਿਹਾ ਘਰ ਨੂੰ, ਹਨਾ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ। ਜੇ ਕੋਈ ਘਰ ਦੇ ਵਿੱਚ ਆਪਣੇ ਘਰ ਨੂੰ ਹੀ ਸੋਹਣਾ ਬਣਾਉਂਦਿਆਂ, ਘਰ ਨੂੰ ਦੇਖਦਿਆਂ ਹੀ ਜਿਹੜਾ ਵਾ ਉਹ ਮਰ ਜਾਂਦਾ ਹੈ। ਭਗਤ ਤਰਲੋਚਨ ਜੀ ਕਹਿੰਦੇ ਪ੍ਰੇਤ ਜੌਨ ਵੱਲ ਉਤਰੇ। ਉਹਦੀ ਅਗਲੀ ਜਿਹੜੀ ਜੂਨ ਹੋਏਗੀ ਉਹ ਪ੍ਰੇਤ ਵਾਲੀ ਜੂਨ ਹੋਏਗੀ। ਹਾਲਾਂਕਿ ਉਹ ਜਿਉਂਦਾ ਜੀ ਹੀ ਇਹੋ ਜਿਹਾ ਮਨੁੱਖ ਜਿਹੜਾ ਇੱਕ ਭੂਤ ਪ੍ਰੇਤ ਹੀ ਬਣ ਜਾਂਦਾ ਹੈ, ਜਿਸ ਦੀ ਸੁਰਤ ਸਿਰਫ ਆਪਣੇ ਘਰ ਤੱਕ ਹੀ ਜਿਹੜੀ ਆ ਉਹ ਸੀਮਤ ਰਹਿੰਦੀ ਹੈ। ਭਗਤ ਤਰਲੋਚਨ ਜੀ ਕਹਿੰਦੇ ਆਂਦੇ ਕਿ ਸਾਡੀ ਸੁਰਤ ਜਿਹੜੀ ਉਹ ਅਸਲ 'ਚ ਟਿਕਣੀ ਕਿੱਥੇ ਚਾਹੀਦੀ ਹੈ। ਭਗਤ ਜੀ ਕਹਿੰਦੇ ਨੇ ਆਂਦੇ ਕਿ ਅੰਤਕਾਲ ਨਾਰਾਇਣ ਸਿਮਰੇ। ਜਿਹੜਾ ਆਪਣੀ ਜ਼ਿੰਦਗੀ 'ਚ ਰੱਬ ਨੂੰ ਯਾਦ ਕਰੇਗਾ, ਅੰਤ ਸਮੇਂ ਵੀ ਫਿਰ ਉਹਦੇ ਧਿਆਨ ਦੇ ਵਿੱਚ ਉਹ ਪ੍ਰਮਾਤਮਾ ਪ੍ਰਭੂ ਪਿਆਰਾ ਹੀ ਜਿਹੜਾ ਵਾ ਉਹ ਆਏਗਾ। ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ। ਜੇ ਕਿਸੇ ਨੂੰ ਰੱਬ ਦੀ ਪ੍ਰਾਪਤੀ ਦੀ ਚਿੰਤਾ ਹੈ, ਇਸ ਚਿੰਤਾ ਦੇ ਵਿੱਚ ਜੇ ਕੋਈ ਮਰਦਾ ਹੈ, ਬਦਤ ਤਿਰਲੋਚਨ ਤੈ ਨਰ ਮੁਕਤਾ। ਕਹਿਣ ਲੱਗੇ ਕਿ ਤਰਲੋਚਨ ਇਹ ਗੱਲ, ਭਗਤ ਤਰਲੋਚਨ ਇਹ ਗੱਲ ਕਹਿ ਰਿਹਾ ਪਤੰਬਰ ਵਾ ਕੇ ਹਿਰਦੇ ਬਸੇ, ਕਿ ਉਹ ਫਿਰ ਉਹਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਵਸ ਜਾਂਦਾ ਹੈ। ਉਹ ਮੌਤ ਤੋਂ ਬਾਅਦ ਪਰਮਾਤਮਾ ਨੂੰ ਜਿਹੜਾ ਵਾ ਉਹ ਪ੍ਰਵਾਨ ਜਿਹੜਾ ਵਾ ਉਹ ਹੋ ਜਾਂਦਾ ਹੈ। ਪਰ ਜੇ ਆਪਾਂ ਪੂਰੀ ਵਿਸ਼ਵ ਦੀ ਸਥਿਤੀ ਦੇਖਦੇ ਹਾਂ, ਇਹ ਸਾਰਾ ਵਿਸ਼ਵ ਜਿਹੜਾ ਵਾ ਉਹ ਆਪਾਂ ਕਹਿ ਸਕਦੇ ਹਾਂ ਕਿ ਮਾਇਆ ਜਿਹੜੀ ਆ, ਲక్ష్ਮੀ ਜਿਹੜੀ ਆ ਉਸਨੂੰ ਇਕੱਠੀ ਕਰਨ ਦੇ ਵਿੱਚ ਲੱਗਾ ਹੋਇਆ। ਇਹ ਪੂਰਾ ਵਿਸ਼ਵ ਜਿਹੜਾ ਵਾ ਉਹ ਇੱਕ ਤਰ੍ਹਾਂ ਦਾ ਨੰਗੇਜ਼ਵਾਦ ਵੱਲ ਵੱਧ ਰਿਹਾ ਹੈ, ਹਨਾ। ਉਹ ਇਸਤਰੀ ਦੇ ਜਿਹੜਾ ਵਾ ਇੱਕ ਤਰ੍ਹਾਂ ਦਾ ਇਸਤਰੀਵਾਦ, ਜਾਂ ਕਹਿ ਸਕਦੇ ਹਾਂ ਆਪਾਂ ਕਿ ਇਹ ਕਾਮ ਵਾਸ਼ਨਾ ਜਿਹੜੀ ਉਹਦੇ ਵਿੱਚ ਹੀ ਜਿਹੜਾ ਵਾ ਉਹ ਗ੍ਰਸਿਆ ਜਿਹੜਾ ਵਾ ਉਹ ਹੋਇਆ ਹੈ। ਤੇ ਇਹ ਪੂਰਾ ਵਿਸ਼ਵ ਜਿਹੜਾ ਵਾ ਉਹ ਆਪਣੇ ਘਰ ਤੱਕ ਜਿਹੜਾ ਵਾ ਉਹ ਸੀਮਤ, ਆਪਣੇ ਔਲਾਦ ਤੱਕ ਸੀਮਤ ਜਿਹੜਾ ਵਾ ਉਹ ਹੋ ਚੁੱਕਾ ਹੈ। ਨਿੱਜ ਪ੍ਰਧਾਨ ਹੋ ਗਿਆ ਹੈ। ਦੁਨਿਆਵੀ ਪੱਖ ਜਿਹੜੇ ਪ੍ਰਧਾਨ ਹੋ ਗਏ ਨੇ। ਤਾਂ ਫਿਰ ਇਹੋ ਜਿਹਾ ਵਿਸ਼ਵ ਜਿਹੜਾ ਵਾ ਉਸ ਦਾ ਭਵਿੱਖ ਕੀ ਹੋਵੇਗਾ? ਉਸ ਦਾ ਭਵਿੱਖ ਤਾਂ ਫਿਰ ਬਰਬਾਦੀ ਵੱਲ ਹੀ ਵਧੇਗਾ। ਜੇ ਇਹ ਸਾਰਾ ਵਿਸ਼ਵ ਫਿਰ ਗੁਰਬਾਣੀ ਨਾਲ ਜੁੜਦਾ ਹੈ, ਫਿਰ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ ਹੈ, ਉਸ ਪਰਮਾਤਮਾ ਇੱਕ ਨਾਲ ਜੁੜਦਾ ਹੈ, ਤਾਂ ਉਹ ਸੁਰਤ ਜਿਹੜੀ ਆ ਪੂਰੇ ਵਿਸ਼ਵ ਦੀ ਜੇ ਉਸ ਪਰਮਾਤਮਾ ਤੱਕ ਅੱਪੜਦੀ ਹੈ, ਉਸ ਪਰਮਾਤਮਾ ਨਾਲ ਜੁੜਦੀ ਹੈ, ਫਿਰ ਇਸ ਵਿਸ਼ਵ ਦਾ ਜਿਹੜਾ ਵਾ ਭਵਿੱਖ ਵਾ ਉਹ ਚੰਗਾ ਹੋ ਸਕਦਾ ਹੈ। ਨਹੀਂ ਤਾਂ ਜਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪੂਰਾ ਵਿਸ਼ਵ ਹੈ, ਇਹ ਆਪਣੇ ਕਾਲ ਵੱਲ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹ ਇਹ ਵੱਧ ਰਿਹਾ ਹੈ, ਆਪਣੇ ਅੰਤ ਵੱਲ ਹੀ ਜਿਹੜਾ ਵਾ ਵੱਧ ਰਿਹਾ ਹੈ। ਅੰਤ 'ਚ ਆਪਾਂ ਇਹੀ ਕਹਿ ਸਕਦੇ ਕਿ ਜੇ ਇਹ ਪੂਰਾ ਵਿਸ਼ਵ ਆਪਣਾ ਭਲਾ ਲੋਚਦਾ ਹੈ ਤਾਂ ਇਹਨਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਪਵੇਗਾ। ਪੂਰੇ ਵਿਸ਼ਵ ਦਾ ਜਿਹੜਾ ਭਲਾ ਵਾ ਉਹ ਇਹ ਗੁਰੂ ਗ੍ਰੰਥ ਸਾਹਿਬ ਵੀ ਕਰ ਸਕਦੇ, ਬਾਣੀ ਹੀ ਜਿਹੜੀ ਆ ਉਹ ਕਰ ਸਕਦੀ ਹੈ। ਹਾਂਜੀ, ਜਿਸ ਤਰੀਕੇ ਦੇ ਨਾਲ ਭਗਤ ਜੀ ਨੇ ਆਪਾਂ ਨੂੰ ਇੱਕ ਸ਼ਬਦ ਦੇ ਵਿੱਚ ਸਾਰਾ ਕੁਝ ਹੀ ਦਿਖਾ ਦਿੱਤਾ ਆ ਕਿ ਜੇ ਆਪਾਂ ਆਹ ਕਰਾਂਗੇ ਤੇ ਆਪਣਾ ਅੰਤ ਇੱਥੇ ਹੋਣਾ ਆ, ਪਰ ਅੰਤ ਦੇ ਵਿੱਚ ਉਹਨਾਂ ਨੇ ਇਸੇ ਸ਼ਬਦ ਦੇ ਵਿੱਚ ਆਪਾਂ ਨੂੰ ਹੱਲ ਵੀ ਦੱਸ ਦਿੱਤਾ ਆ। ਤੇ ਹੱਲ ਕਿਵੇਂ ਕਰਨਾ ਆ, ਉਹ ਹਰ ਮਨੁੱਖ ਦੀ ਆਪਣੀ ਇੱਕ ਨਿੱਜੀ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਆਪਣੇ ਆਪ ਤੋਂ ਹੀ ਸ਼ੁਰੂ ਕਰੀਏ ਕਿ ਆਪਾਂ ਦੂਜਿਆਂ ਵੱਲ ਜਿਹੜਾ ਵੇਖਣ ਦੀ ਬਜਾਏ ਆਪਾਂ ਨੂੰ ਆਪਣਾ ਜਿਹੜਾ ਵੇਖਣਾ ਚਾਹੀਦਾ ਵੀ ਸਾਡੀ ਜਿਹੜੀ ਨਿੱਜੀ ਸਿੱਖੀ ਆ ਉਹ ਅੱਜ ਦੇ ਯੁੱਗ ਦੇ ਵਿੱਚ ਕਿੱਥੇ ਖੜੀ ਆ। ਧੰਨਵਾਦ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।